ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਪਾਵਨ ਹੁਕਮਨਾਮਾ ਸਾਹਿਬ ਬਖਸ਼ਿਸ਼ ਕੀਤਾ ਹੈ, ਪਰਮੇਸ਼ਰ ਦਿੱਤਾ ਬੰਨਾ। ਜਦੋਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਸਾਨੂੰ ਸਹਾਰਾ ਦੇ ਦਿੰਦੇ ਹਨ, ਦੁੱਖ ਰੋਗ ਕਾ ਡੇਰਾ ਪੰਨਾ। ਦੁੱਖ ਰੋਗ ਚਿੰਤਾਵਾਂ ਪਰੇਸ਼ਾਨੀਆਂ ਜਿਹੜੀਆਂ ਸਾਡੀ ਜ਼ਿੰਦਗੀ ਦੇ ਵਿੱਚ ਡੇਰਾ ਲਾ ਕੇ ਬੈਠੀਆਂ ਹੁੰਦੀਆਂ ਹਨ, ਉਹ ਸਾਧ ਸੰਗਤ ਜੀ ਉਹਨਾਂ ਦਾ ਡੇਰਾ ਹੀ ਭੰਨਿਆ ਜਾਂਦਾ, ਭਾਵ ਉਹ ਖਤਮ ਹੋ ਜਾਂਦੇ ਨੇ ਅਤੇ ਮਨੁੱਖ ਦੀ ਜਿਹੜੀ ਜ਼ਿੰਦਗੀ ਆ ਉਹ ਆਨੰਦ ਦੇ ਨਾਲ ਭਰ ਜਾਂਦੀ ਹੈ। ਵਿਚਾਰਦੇ ਹਾਂ ਸਾਧ ਸੰਗਤ ਜੀ ਆਪਾਂ ਜ਼ਿੰਦਗੀ ਬਿਲਾਸ ਸਾਧੂ ਦਇਆ ਸਿੰਘ ਆਰਫ ਜੀ ਦਾ ਲਿਖਿਆ ਹੋਇਆ ਇਹ ਕਵਿਤਾ ਦੇ ਵਿੱਚ ਗ੍ਰੰਥ ਹੈ। ਅੱਜ ਆਪਾਂ 29ਵੇਂ ਸਾਲ ਦਾ ਹਵਾਲ ਜਾਣਾਂਗੇ ਕਿ ਜਦੋਂ ਇਸ ਮਨੁੱਖ ਦੀ ਉਮਰ 29 ਸਾਲਾਂ ਦੀ ਹੋ ਜਾਂਦੀ ਆ, ਉਦੋਂ ਇਹਦੀ ਜ਼ਿੰਦਗੀ 'ਚ ਕੀ ਕੁਝ ਫੇਰ ਬਦਲ ਆਉਂਦੇ ਨੇ, ਕਿਵੇਂ ਦਾ ਇਹਦਾ ਰਹਿਣ ਸਹਿਣ ਹੋ ਜਾਂਦਾ, ਉਦੋਂ ਪਰਮਾਤਮਾ ਜੀ ਨੂੰ ਯਾਦ ਕਰਦਾ ਕਿ ਨਹੀਂ ਕਰਦਾ। ਗਈ ਉਮਰ 29ਵੇਂ ਸਾਲ ਦੀ ਏ, ਕੀਤਾ ਉੱਠ ਨਾ ਗਾਫਲਾ ਧਿਆਨ ਨੂੰ ਏ। ਇਹ ਸਾਧ ਸੰਗਤ ਜੀ ਫਿਜ਼ੀਕਲ ਐਜੂਕੇਸ਼ਨ 'ਚ ਮੰਨਿਆ ਜਾਂਦਾ, ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਜਾਂਦੀ ਆ ਤਿਵੇਂ ਤਿਵੇਂ ਨੀਂਦ ਦੀ ਮਾਤਰਾ ਘਟਦੀ ਜਾਂਦੀ ਆ। ਨੀਂਦ ਨਾ ਆਉਣੀ ਇਹ ਕੋਈ ਰੋਗ ਨਹੀਂ, ਵੱਡੀ ਉਮਰ ਦੇ ਲੋਕਾਂ ਨੂੰ ਕਈ ਵਾਰੀ ਨੀਂਦ ਘੱਟ ਆਉਂਦੀ ਆ। ਇਹ ਸਾਇੰਸ ਨੇ ਸਿੱਧ ਕੀਤਾ, ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਆ ਤਿਵੇਂ ਤਿਵੇਂ ਨੀਂਦ ਦੀ ਮਾਤਰਾ ਘਟਦੀ ਜਾਂਦੀ ਆ। ਅਗਰ ਕਿਸੇ ਨੂੰ ਕੋਈ ਦੁੱਖ ਰੋਗ ਨਾ ਹੋਵੇ ਤਾਂ, ਜਿਵੇਂ ਕਿਸੇ ਦਾ ਬਲੱਡ ਪ੍ਰੈਸ਼ਰ ਲੋਅ ਰਹਿੰਦਾ ਹੋਵੇ, ਉਹਨੂੰ ਨੀਂਦ ਜ਼ਿਆਦਾ ਆਉਂਦੀ ਆ, ਜਾਂ ਹੋਰ ਕਿਸੇ ਕਾਰਨ ਹੋ ਸਕਦਾ। ਅਗਰ ਅਸੀਂ ਟਾਈਮ ਨਾਲ ਸੌਂ ਜਾਈਏ ਤਾਂ ਅੰਮ੍ਰਿਤ ਵੇਲੇ ਸਾਨੂੰ ਨੀਂਦ ਵੀ ਜਿਹੜੀ ਜਾਗ ਆ ਜਾਂਦੀ ਅੰਮ੍ਰਿਤ ਵੇਲੇ। ਨੀਂਦ ਦਾ ਲੁਤਫ ਲੈਣ ਵਾਸਤੇ, ਆਨੰਦ ਲੈਣ ਵਾਸਤੇ, ਕਿਉਂਕਿ ਨੀਂਦ ਦੇ ਨਾਲ ਹੀ ਸਾਡੇ ਸਾਰੇ ਸਰੀਰ ਦੇ ਜਿਹੜੇ ਸੈੱਲ ਉਹਨਾਂ ਦੀ ਰਿਪੇਅਰ ਹੋਣੀ ਆ, ਸਾਡੇ ਦਿਮਾਗ ਨੇ ਰੈਸਟ ਕਰਨਾ ਹੁੰਦਾ। ਉਹਦੇ ਵਾਸਤੇ ਅਗਰ ਅਸੀਂ ਦਿਨੇ ਨਾ ਸੋਈਏ ਅਤੇ ਰਾਤ ਦੇ ਸਮੇਂ ਅਸੀਂ ਨੀਂਦ ਦਾ ਆਨੰਦ ਮਾਣ ਸਕਦੇ ਹਾਂ। ਉਮਰ ਹੋ ਗਈ 29 ਸਾਲ ਦੀ, ਪਰ ਅਜੇ ਵੀ ਅਗਿਆਨਤਾ ਦੇ ਹਨੇਰੇ ਵਿੱਚ ਹੀ ਫਿਰਦਾ। ਗਈ ਉਮਰ 29ਵੇਂ ਸਾਲ ਦੀ ਏ, ਕੀਤਾ ਉੱਠਣਾ ਗਾਫਲਾ ਧਿਆਨ ਨੂੰ ਏ। ਪਿਆ ਦਿਸਦਾ ਜਗਤ ਫਨਾ ਫਿੱਲਾ, ਨਾ ਤੈਂ ਕੱਢਿਆ ਖੁਦੀ ਗੁਮਾਨ ਨੂੰ ਏ। ਦਿਖਾਈ ਵੀ ਦੇ ਰਿਹਾ ਕਿ ਜਗਤ ਫਨਾ ਹੋ ਜਾਣ ਵਾਲਾ, ਨਾਸ਼ ਹੋ ਜਾਣ ਵਾਲਾ, ਪਰ ਤਾਂ ਵੀ ਆਪਣੇ ਹਿਰਦੇ ਦੇ ਵਿੱਚੋਂ ਗੁਮਾਨ, ਅਹੰਕਾਰ, ਉਹਨੂੰ ਛੱਡਿਆ ਨਾ। ਜੇ ਕੋਈ ਜਗਤ ਸਰਾਂ ਦੇ ਵਿੱਚ ਆਇਆ, ਛੱਡ ਤੁਰ ਗਿਆ ਮੁਲਕ ਜਹਾਨ ਨੂੰ ਏ। ਜਿਨੇ ਜ਼ਿਮੀ ਅਸਮਾਨ 'ਤੇ ਰਾਜ ਕੀਤਾ, ਕਿਤੇ ਲੱਭੀ ਖਾਂ ਸੁਲੇਮਾਨ ਨੂੰ ਏ। ਇਹ ਜਗਤ ਇੱਕ ਸਰਾਂ, ਇੱਥੇ ਜਿਹੜਾ ਆਇਆ ਉਹਨੂੰ ਇੱਕ ਸਮੇਂ ਇੱਥੋਂ ਜਾਣਾ ਪੈਂਦਾ। ਕਈ ਐਸੇ ਨੇ ਉਹ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈ ਕੇ ਇਸ ਜ਼ਿੰਦਗੀ ਵਿੱਚ ਹੱਸਦੇ ਖੇਡਦੇ ਜਾਂਦੇ ਨੇ। ਕਈ ਐਸੇ ਨੇ ਸਾਰੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਾਰੀ ਜ਼ਿੰਦਗੀ ਰੱਬ ਜੀ ਨੂੰ ਉਲਾਮੇ ਦਿੰਦੇ ਰਹਿੰਦੇ ਨੇ ਕਿ ਸਾਨੂੰ ਪਰਮਾਤਮਾ ਨੇ ਦਿੱਤਾ ਹੀ ਕੁਝ ਨਹੀਂ। ਅਤੇ ਕੁਝ ਐਸੇ ਨੇ ਉਹਨਾਂ ਦੇ ਕੋਲ ਕੁਝ ਨਾ ਵੀ ਹੋਵੇ, ਉਹ ਤਾਂ ਵੀ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਨੇ। ਇਹ ਦੁਨੀਆ ਇੱਕ ਸਰਾਂ ਬਣੀ, ਕਈ ਤੁਰ ਜਾਂਦੇ, ਕਈ ਆ ਜਾਂਦੇ, ਕਈ ਫੁੱਲਾਂ ਨਾਲ ਨਹੀਂ ਹੱਸ ਸਕਦੇ, ਕਈ ਕੰਡਿਆਂ ਨਾਲ ਨਿਭਾ ਜਾਂਦੇ। ਇੱਥੇ ਜਿਹੜਾ ਆ ਉਹਨੂੰ ਜਾਣਾ ਹੀ ਪਏਗਾ। ਇੱਥੇ ਤੇ ਧਰਤੀ ਅਸਮਾਨ 'ਤੇ ਰਾਜ ਕਰਨ ਵਾਲੇ ਸੁਲੇਮਾਨ ਨਹੀਂ ਲੱਭਦੇ। ਯੂਸਫ ਨਬੀ ਬੇਮਿਸਾਲ ਹੁਸੀਨ ਹੈ ਸੀ, ਛੱਡ ਤੁਰ ਗਿਆ ਮੁਲਕ ਕਨਿਆਨ ਨੂੰ ਏ। ਜਿਨ ਗੋਪੀਆਂ ਨਾਲ ਕਲੋਲ ਕੀਤੇ, ਮਥੁਰਾ ਵਿੱਚ ਤੂੰ ਦੇਖ ਲੈ ਕਾਨ ਨੂੰ ਏ। ਸਾਰਿਆਂ ਨੂੰ ਜਾਣਾ ਪੈਂਦਾ। ਜਿਹੜਾ ਯੂਸਫ ਸੀ, ਇਹਨੂੰ ਸਭ ਤੋਂ ਖੂਬਸੂਰਤ, ਸਭ ਤੋਂ ਸੋਹਣਾ ਨੌਜਵਾਨ ਮੰਨਿਆ ਜਾਂਦਾ। ਇੱਥੇ ਉਹ ਵੀ ਚਲੇ ਗਏ ਨੇ।
ਗੋਪੀਆਂ, ਕਾਨ, ਕ੍ਰਿਸ਼ਨ ਆਦਿਕ ਸਾਰੇ ਚਲੇ ਗਏ। ਜਿਸ ਦੀ ਮੁਲਕ ਦੇ ਵਿੱਚ ਸੀ ਬਾਦਸ਼ਾਹੀ, ਕਿੱਥੇ ਦੇਖ ਲੈ ਸ਼ਾਹ ਜਹਾਨ ਨੂੰ ਏ। ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਮੇਂ ਹੋਇਆ, ਸ਼ਾਹ ਜਹਾਨ ਬਾਦਸ਼ਾਹ, ਜਿਹੜਾ ਸਤਿਗੁਰੂ ਜੀ ਦੇ ਨਾਲ ਜੰਗਾਂ ਕਰਦਾ ਰਿਹਾ, ਸ਼ਾਹ ਜਹਾਨ, ਉਹਨੂੰ ਹੁਣ ਕੌਣ ਜਾਣਦਾ। ਪਰ ਛੇਵੇਂ ਪਾਤਸ਼ਾਹ ਜੀ ਦੇ ਅਸਥਾਨ ਦੇਸ਼ਾਂ ਵਿਦੇਸ਼ਾਂ ਵਿੱਚ ਥਾਂ ਥਾਂ 'ਤੇ ਬਣੇ ਹੋਏ ਨੇ। ਸਤਿਗੁਰੂ ਜੀ ਦੇ ਅਸਥਾਨ ਇੱਥੇ ਹੀ ਨਹੀਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਸਥਾਨ 'ਤੇ ਵਿਦੇਸ਼ਾਂ ਵਿੱਚ ਬਣੇ ਹੋਏ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਟਾਪੂ ਆ, ਉਹਦਾ ਨਾਮ ਆ ਨਨੈਮੋ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ। ਉੱਥੇ ਏਅਰਪੋਰਟ ਵੀ ਆ, ਨਨੈਮੋ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਪਰ ਜਿਹੜੇ ਸਤਿਗੁਰੂ ਜੀ ਦੇ ਸਮੇਂ ਬਾਦਸ਼ਾਹ ਹੋਏ ਨੇ, ਉਹਨਾਂ ਨੂੰ ਕੌਣ ਜਾਣਦਾ। ਕਿਤੇ ਆ ਵੀ ਇਤਿਹਾਸ ਦਾ ਜ਼ਿਕਰ ਕਰਦੇ ਆ, ਉਹਨਾਂ ਦਾ ਨਾਮ ਆ ਜਾਵੇ, ਨਹੀਂ ਤੇ ਉਹਨਾਂ ਦੇ ਕੋਈ ਯਾਦਗਾਰੀ ਥਾਂ ਥੋੜ੍ਹੀ ਬਣੇ ਆ। ਜਿਹੜੇ ਹਿੰਦੁਸਤਾਨ ਦੇ ਬਾਦਸ਼ਾਹ ਹੋਏ ਨੇ, ਉਹ ਕਿੱਥੇ ਚਲ ਗਏ। ਸ਼ਾਹਜਹਾਨ ਵਰਗੇ। ਸ਼ਾਹਜਹਾਨ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ 4 ਜੰਗ ਕੀਤੇ ਸੀ। ਚਾਰਾਂ ਦੇ ਵਿੱਚ ਹੀ ਹਾਰ ਜਾਂਦਾ ਰਿਹਾ। ਜਿਸ ਦੀ ਮੁਲਕ ਦੇ ਵਿੱਚ ਸੀ ਬਾਦਸ਼ਾਹੀ, ਕਿੱਥੇ ਦੇਖ ਲੈ ਸ਼ਾਹ ਜਹਾਨ ਨੂੰ ਏ। ਚਲੇ ਗਏ ਨਮਰੂਦ ਫਰੂਨ ਜਿਹੇ, ਜਿਹੜੇ ਮਾਰਦੇ ਤੀਰ ਅਸਮਾਨ ਨੂੰ ਏ। ਇੱਥੇ ਤੇ ਸੰਸਾਰ ਦੇ ਵਿੱਚ ਵੱਡੇ ਵੱਡੇ ਜਿਹੜੇ ਤਾਕਤਵਰ ਹਨ, ਨਮਰੂਦ ਫਰੂਨ ਜਿਹੇ ਵੱਡੇ ਵੱਡੇ ਤਾਕਤਵਰ, ਉਹ ਵੀ ਚਲੇ ਗਏ ਹਨ। ਜਿਨ੍ਹਾਂ ਕਿਲੇ ਤੇ ਕੋਟ ਉਸਾਰ ਛੱਡੇ, ਗਏ ਛੱਡ ਕੇ ਕਬਰਸਤਾਨ ਨੂੰ ਏ। ਹਿਕਮਤ ਵੈਦਗੀ ਜਿਨ੍ਹਾਂ ਨੇ ਖਤਮ ਕੀਤੀ, ਖਾਧਾ ਮੌਤ ਨੇ ਉਸ ਲੁਕਮਾਨ ਨੂੰ ਏ। ਜਿਨ੍ਹਾਂ ਨੇ ਵੈਦਗੀ ਦੀ ਹੱਦ ਕਰ ਦਿੱਤੀ, ਜਿਹੜੇ ਮੈਡੀਕਲ ਦੇ ਪੇਸ਼ੇ 'ਚ ਐਕਸਪਰਟ ਸਨ, ਆਯੁਰਵੈਦ ਜੜੀਆਂ ਬੂਟੀਆਂ ਦੇ ਜਾਣਨ ਵਾਲੇ ਲੁਕਮਾਨ ਹਕੀਮ ਮੰਨਿਆ ਜਾਂਦਾ, ਆਖਰ ਉਹਨਾਂ ਨੂੰ ਵੀ ਮੌਤ ਨੇ ਖਾ ਲਿਆ। ਜਿਹੜੇ ਲੋਕਾਂ ਦੀ ਜਾਨ ਬਚਾਉਂਦੇ ਸੀ, ਜਦੋਂ ਮੌਤ ਆਈ ਤੇ ਆਪਣੀ ਜਾਨ ਨਾ ਬਚਾ ਸਕੇ। ਢਾਹਿਆ ਮੌਤ ਤਕਦੀਰ ਨੇ ਦਾਓ ਲਾ ਕੇ, ਰੁਸਤਮ ਮਾਓ ਦੇ ਪੁੱਤ ਜਵਾਨ ਨੂੰ ਏ। ਜਿੱਥੇ ਪੀਰ ਫਕੀਰ ਜਾ ਖਤਮ ਹੋਏ, ਜਾ ਕੇ ਦੇਖ ਲੈ ਸ਼ਹਿਰ ਮੁਲਤਾਨ ਨੂੰ ਏ। ਰੁਸਤਮ ਵਰਗੇ ਪਹਿਲਵਾਨ, ਜਵਾਨ ਮਾਵਾਂ ਦੇ ਪੁੱਤ, ਉਹ ਵੀ ਚਲੇ ਗਏ। ਅਤੇ ਮੁਲਤਾਨ ਸ਼ਹਿਰ ਦੇ ਜਿਹੜੇ ਪੀਰ ਫਕੀਰ ਮੰਨੇ ਜਾਂਦੇ ਆ, ਉਹ ਵੀ ਚਲੇ ਗਏ। ਕੈਸੇ ਨਬੀ ਜਹਾਨ ਤੋਂ ਖਤਮ ਹੋਏ, ਪੜ੍ਹ ਕੇ ਦੇਖ ਲੈ ਵੇਦ ਪੁਰਾਨ ਨੂੰ ਏ। ਜਗਤ ਮਿਥਿਆ ਬ੍ਰਹਮ ਨੂੰ ਸੱਤ ਕਹਿੰਦਾ, ਜਦੋਂ ਪਾਵਦਾ ਬ੍ਰਹਮ ਗਿਆਨ ਨੂੰ ਏ। ਧਾਰਮਿਕ ਗ੍ਰੰਥ ਪੜ੍ਹ ਕੇ ਵੇਖ, ਵੇਦ ਪੁਰਾਣ, 4 ਵੇਦ, 18 ਪੁਰਾਣ, ਹੋਰ ਧਾਰਮਿਕ ਗ੍ਰੰਥ ਪੜ੍ਹ ਕੇ ਵੇਖ ਲੈ। ਵੱਡੇ ਵੱਡੇ ਨਬੀ ਇੱਥੋਂ ਚਲੇ ਗਏ ਹਨ। ਇਹ ਸੰਸਾਰ ਮਿਥਿਆ ਨਾਸ਼ ਹੋ ਜਾਣ ਵਾਲਾ, ਅਤੇ ਜਿਹਨੂੰ ਬ੍ਰਹਮ ਗਿਆਨ ਦੀ ਸੋਝੀ ਹੋ ਜਾਂਦੀ ਆ, ਉਹਨੂੰ ਇਹਦਾ ਪਤਾ ਚੱਲਦਾ। ਦਿਲਾ ਮੇਰਿਆ ਛੋੜ ਹੰਕਾਰ ਮਸਤੀ, ਵਿੱਚੋਂ ਕੱਢ ਕੇ ਖੁਦੀ ਗੁਮਾਨ ਨੂੰ ਏ। ਕੱਟੇ 4 ਦਿਨ ਆਪਣੇ ਵਤਨ ਜਾਵੇਂ, ਦਾਵਾ ਬੰਨਣਾ ਬੁਰਾ ਮਹਿਮਾਨ ਨੂੰ ਏ। ਇਸ ਵਾਸਤੇ ਹੈ ਮੇਰਿਆ ਦਿਲਾ, ਹੰਕਾਰ ਛੱਡ, ਮਸਤੀ ਛੱਡ, ਖੁਦੀ ਗੁਮਾਨ ਨੂੰ ਛੱਡ। ਇੱਥੇ 4 ਕੁ ਦਿਨ ਕੱਟ ਕੇ ਤੇ ਜਾਣਾ ਪਏਗਾ। ਜਿਹੜਾ ਕੋਈ ਮਹਿਮਾਨ ਆ, ਪ੍ਰਾਹੁਣਾ ਆਇਆ, ਉਹ ਕੋਈ ਦਾਵਾ ਬਣ ਕੇ ਥੋੜ੍ਹੀ ਰਹਿ ਸਕਦਾ, ਜਾਣਾ ਪੈਂਦਾ। ਕੋਈ ਰੋਜ਼ ਤੂੰ ਵੇਚ ਲੈ ਹੁਸਨ ਸੌਦਾ, ਛੱਡ ਚੱਲਣਾ ਜਿਸਮ ਦੁਕਾਨ ਨੂੰ ਏ। ਚਿੱਤ ਚਾਂਵਦਾ ਮੌਤ ਜਦ ਯਾਦ ਆਵੇ,
ਢਾ ਸੁੱਟੀਏ ਨਵੇਂ ਮਕਾਨ ਨੂੰ ਇਹ ਤੇਰਾ ਜਿਹੜਾ ਹੁਸਨ ਦਾ ਸੌਦਾ, ਜਿਹੜੀ ਜਵਾਨੀ ਉੱਤੇ ਮਾਣ ਕਰਦਾ ਮੈਂ ਸੋਹਣਾ ਬੜਾ, ਮੇਰੇ 'ਤੇ ਸੁਹੱਪਣ ਬੜਾ, ਇਸ ਜਿਸਮ ਦੀ ਦੁਕਾਨ ਨੂੰ ਛੱਡ ਕੇ ਜਾਣਾ ਪੈ ਜਾਏਗਾ। ਜਦੋਂ ਫਿਰ ਮੌਤ ਯਾਦ ਆ ਜਾਂਦੀ ਆ, ਉਦੋਂ ਇਸ ਸਰੀਰ ਰੂਪੀ ਨਵੇਂ ਮਕਾਨ ਨੂੰ ਵੀ ਢਾਉਣਾ ਪੈਂਦਾ, ਇਹਦਾ ਵੀ ਨਾਸ਼ ਹੋ ਜਾਂਦਾ। ਪੈਂਦਾ 24,000 ਦਾ ਰੋਜ਼ ਘਾਟਾ, ਨਹੀਂ ਸੋਚਦਾ ਨਫੇ ਨੁਕਸਾਨ ਨੂੰ ਨਹੀਂ ਤੂੰ ਉਸ ਨੂੰ ਪਾਪੀਆ ਯਾਦ ਕਰਦਾ, ਦੇਂਦਾ ਰਿਜ਼ਕ ਹਮੇਸ਼ ਜੋ ਖਾਨ ਨੂੰ ਤੈਨੂੰ ਹਰ ਰੋਜ਼ 24,000 ਸਵਾਸਾਂ ਦਾ ਘਾਟਾ ਪੈ ਰਿਹਾ। ਇਹ ਵਿਦਵਾਨ ਪੁਰਸ਼ਾਂ ਦਾ ਮੰਨਣਾ ਕਿ ਹਰ ਰੋਜ਼ ਇਨਸਾਨ 24,000 ਸਵਾਸ ਲੈਂਦਾ, ਰੋਜ਼ ਤੇਰੇ ਘਟਦੇ ਜਾ ਰਹੇ ਆ। ਉਸ ਪਰਮਾਤਮਾ ਨੂੰ ਯਾਦ ਰੱਖਿਆ ਕਰ ਪਾਪੀਆ, ਜਿਹੜਾ ਪਰਮਾਤਮਾ ਤੈਨੂੰ ਹਰ ਰੋਜ਼ ਖਾਣ ਵਾਸਤੇ ਰਿਜ਼ਕ ਦਿੰਦਾ। ਮੰਗੇ ਲੋਭੀਆ ਨਿਤ ਬੇਗਿਣਤ ਮਾਇਆ, ਅੱਡੇ ਹੱਥ ਜਿਉ ਮੰਗਤਾ ਦਾਨ ਨੂੰ ਇਸ ਤਰ੍ਹਾਂ ਤੂੰ ਹਰ ਰੋਜ਼ ਪਰਮਾਤਮਾ ਦੇ ਕੋਲੋਂ ਮਾਇਆ ਮੰਗਦਾ ਰਹਿਣਾ, ਹੋਰ ਪਦਾਰਥ ਮੰਗਦਾ ਰਹਿਣਾ ਮੰਗਤਾ ਬਣ ਕੇ। 4 ਰੋਜ਼ ਜਹਾਨ ਤੇ ਰਹਿਣ ਪਿੱਛੇ, ਵੇਚ ਛੱਡਿਆ ਸਿਦਕ ਈਮਾਨ ਨੂੰ ਜਦੋਂ ਦੇਸ਼ ਰੰਗੀਲੜਾ ਛੱਡ ਜਾਣਾ, ਦੁਨੀਆ ਦੇਖ ਸੀ ਖੜੀ ਬਬਾਨ ਨੂੰ 4 ਰੋਜ਼ ਜਹਾਨ ਤੇ ਰਹਿਣਾ। ਐਵੇਂ ਥੋੜ੍ਹੇ ਜਿਹੇ ਦਿਨਾਂ ਵਾਸਤੇ ਆਪਣਾ ਈਮਾਨ ਵੇਚ ਛੱਡਿਆ, ਆਪਣਾ ਧਰਮ ਵੇਚ ਛੱਡਿਆ, ਝੂਠ ਫਰੇਬ ਬੋਲਦਾ, ਇੱਥੇ ਕਿਹੜਾ ਤੂੰ ਸਦਾ ਵਾਸਤੇ ਰਹਿਣਾ। ਇਹ ਜਿਹੜੇ ਰੰਗੀਲੜੇ ਦੇਸ਼ ਹਨ, ਇਹਨਾਂ ਨੂੰ ਛੱਡ ਕੇ ਚਲੇ ਜਾਣਾ। ਜਦੋਂ ਤੇਰੀ ਅਰਥੀ ਲੈ ਕੇ ਜਾਣਗੇ ਤੇ ਸਾਰੇ ਲੋਕੀ ਵੇਖਣਗੇ ਵੀ ਆ ਜਾਂਦਾ ਜਿਹੜਾ ਨਿੱਕੀ ਨਿੱਕੀ ਗੱਲ ਉੱਤੇ ਲੜ ਪੈਂਦਾ ਸੀ, ਜਿਹੜਾ ਖੇਤਾਂ ਦੀਆਂ ਵੱਟਾਂ ਵੱਢਣ 'ਤੇ ਲੜ ਪੈਂਦਾ ਸੀ। ਮੈਂ ਤੇ ਨਾ ਜੇ ਮੇਰਾ ਵੱਸ ਚੱਲਦਾ ਹੋਵੇ ਸੜਕ ਨੂੰ ਵੱਢ ਵੱਢ ਕੇ ਆਪਣੀ ਪੈਲੀ 'ਚ ਹੀ ਰਲਾ ਲਵਾਂ। ਇਸ ਤਰ੍ਹਾਂ ਲੋਕੀ ਕਹਿਣਗੇ ਵੀ ਇਹੋ ਜਿਹੇ ਕੰਮ ਕਰਦਾ ਸੀ, ਹੁਣ ਜਾ ਰਿਹਾ। ਤੈਨੂੰ ਵਿਸ਼ੇ ਵਿਕਾਰ ਦੀ ਬਣੀ ਪਾਪੀ, ਸਿਰ 'ਤੇ ਕੂਕ ਦੀ ਮੌਤ ਲੈ ਜਾਨ ਨੂੰ ਦਇਆ ਸਿੰਘਾ ਨਾ ਇਸ ਨੂੰ ਖਲਕ ਸਮਝੀ, ਬਣਿਆ ਖਾਣਾ ਮੌਤ ਦਿਖਾਣ ਨੂੰ ਇਹ ਜਿੰਨਾ ਵੀ ਸੰਸਾਰ ਆ, ਇਹ ਸਾਰਾ ਮੌਤ ਦਾ ਖਾਜਾ ਵਾ, ਮੌਤ ਦੀ ਖੁਰਾਕ ਆ। ਸਾਨੂੰ ਲੱਗਦਾ ਜਗਤ ਬਣਿਆ, ਜਗਤ ਨਹੀਂ, ਅਸੀਂ ਸਾਰੇ ਮੌਤ ਦੀ ਖੁਰਾਕ ਆ। ਉਸ ਤੋਂ ਬਾਅਦ 29 ਸਾਲ ਵੀ ਇਸ ਤਰ੍ਹਾਂ ਹੀ ਲੰਘ ਜਾਂਦੇ, ਰੰਗ ਰਲੀਆਂ ਮਨਾਉਂਦਿਆਂ, ਝੂਠ ਫਰੇਬ ਬੋਲਦਿਆਂ। ਬੰਦੇ ਦੀ ਉਮਰ ਹੋ ਜਾਂਦੀ ਫਿਰ 30 ਸਾਲ। ਉਮਰ 30ਵੇਂ ਸਾਲ ਦੀ ਗਈ ਤੇਰੀ, ਕੀਤੀ ਗਾਫਲਾ ਅਕਲ ਸ਼ਹੂਰ ਹੈ ਨਾ, ਖਪਦਾ ਰਿਆ ਵਿੱਚ ਝੂਠਿਆਂ ਧੰਦਿਆਂ ਦੇ, ਦਿੱਤੀ ਹਾਜ਼ਰੀ ਵਿੱਚ ਹਜ਼ੂਰ ਹੈ ਨਾ। ਗਾਫਲਾ ਆਲਸੀਆ 30 ਸਾਲ ਦੀ ਉਮਰ ਵਿੱਚ ਵੀ ਤੈਨੂੰ ਅਕਲ ਨਾ ਆਈ ਤੇ ਝੂਠੇ ਧੰਦਿਆਂ ਧੰਦਾਰਾਂ ਦੇ ਵਿੱਚ ਹੀ ਖਪਦਾ ਰਿਹਾ, ਗੁਰੂ ਦੇ ਦਰਬਾਰ ਵਿੱਚ ਹਾਜ਼ਰੀ ਭਰੀ ਨਾ। ਕਿਧਰੇ ਮਹੀਨੇ ਬਾਅਦ ਆਉਂਦਾ ਰਿਹਾ, ਉਹ ਵੀ ਘਰ ਵਾਲੇ ਧੱਕੇ ਨਹੀਂ ਘੱਲਦੇ ਰਹੇ ਵੀ ਅੱਜ ਤੇ ਗੁਰਦੁਆਰੇ ਚੱਲ ਜਾ, ਅੱਜ ਸੰਗਰਾਂਦ ਹੈ, ਅੱਜ ਤੇ ਸਾਰੇ ਲੋਕੀ ਜਾਂਦੇ ਆ। ਮਾਲਕ ਦੇ ਚਰਨਾਂ ਵਿੱਚ ਹਾਜ਼ਰੀ ਨਹੀਂ ਭਰੀ। ਡੁੱਬਾ ਖੁਦੀ ਤਕੱਬਰ ਵਿੱਚ ਬੰਦਾ, ਕਦੀ ਤਾਇਆ ਕਿਬਰ ਤੰਦੂਰ ਹੈ ਨਾ, ਦਿਲ ਬਰ ਯਾਰ ਦਾ ਕਿਵੇਂ ਦੀਦਾਰ ਹੋਵੇ, ਵਿੱਚੋਂ ਕੱਢਿਆ ਗਰਭ ਗਰੂਰ ਹੈ ਨਾ। ਜਿੱਥੇ ਹੰਕਾਰ ਹੁੰਦਾ ਉੱਥੇ ਪ੍ਰਮਾਤਮਾ ਦਾ ਵਾਸਾ ਨਹੀਂ ਹੁੰਦਾ। ਹਉਮੈ ਜਾਈ ਤਾਂ ਕੰਤ ਸਮਾਈ, ਤੂੰ ਆਪਣੇ ਹਿਰਦੇ ਦੇ ਵਿੱਚੋਂ ਹਉਮੈ ਹੰਕਾਰ ਨਹੀਂ ਕੱਢਿਆ, ਤਾਂ ਹੀ ਕਰਕੇ ਤੈਨੂੰ ਪ੍ਰਮਾਤਮਾ ਦੇ ਦਰਸ਼ਨ ਨਹੀਂ ਹੋਏ। ਖੁਦ ਹੀ ਤਕੱਬਰ, ਈਰਖਾ, ਦਵੈਸ਼, ਮੈਂ ਮੇਰੀ ਦਾ ਆਗੀ ਬਾਲ ਛੱਡਿਆ, ਇਹਦੇ ਵਿੱਚ ਹੀ ਤੂੰ ਡੁੱਬਦਾ ਰਿਹਾ।
ਮੈਂ ਰੱਬ ਕਹੇ ਜ਼ਬਾਨ ਥੀ ਕਈ ਵਾਰੀ, ਸਿੱਧਾ ਗਿਆ ਤੂੰ ਵਾਂਗ ਮਨਸੂਰ ਹੈ ਨਾ। ਤੈਨੂੰ ਕਿਸ ਤਰ੍ਹਾਂ ਦਰਦ ਮਾਲੂਮ ਹੋਵੇ, ਚੜ੍ਹ ਕੇ ਦੇਖਿਆ ਇਸ਼ਕ ਖਜ਼ੂਰ ਹੈ ਨਾ। ਤੈਨੂੰ ਕੀ ਪਤਾ ਪਰਮਾਤਮਾ ਨਾਲ ਪਿਆਰ ਕਰਨ ਦਾ ਕਿੰਨਾ ਜ਼ਿਆਦਾ ਆਨੰਦ ਹੁੰਦਾ, ਕਿਵੇਂ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ, ਕਿਵੇਂ ਮਨਸੂਰ ਵਰਗੇ ਜਿਹੜੇ ਹਨ ਉਹ ਸੂਲੀਆਂ ਦੇ ਉੱਤੇ ਚੜ੍ਹ ਗਏ ਪਰਮਾਤਮਾ ਦੇ ਨਾਮ ਦੇ ਉੱਤੇ, ਕਿਸੇ ਦੀ ਈਨ ਨਾ ਮੰਨੀ। ਤੈਨੂੰ ਉਹਨਾਂ ਗੱਲਾਂ ਦਾ, ਉਹਨਾਂ ਬਾਤਾਂ ਦਾ, ਉਹਨਾਂ ਕਥਾ ਕਹਾਣੀਆਂ ਦਾ ਪਤਾ ਹੀ ਨਹੀਂ ਹੈ। ਇਹੋ ਜਿਹੇ ਸ਼ਹੀਦ ਰੱਬ ਦੇ ਪਿਆਰੇ ਹੋਏ ਜਿਨ੍ਹਾਂ ਨੇ ਰੱਬ ਦੇ ਨਾਮ ਦੇ ਉੱਤੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕਰ ਦਿੱਤੀਆਂ, ਪਰ ਤੈਨੂੰ ਉਹਨਾਂ ਦਾ ਚੇਤਾ ਹੀ ਨਹੀਂ। ਸੀਨਾ ਕਿਸ ਤਰ੍ਹਾਂ ਸਾਫ ਸਫਾ ਹੋਵੇ, ਹੋਇਆ ਪਾਪ ਅਪਰਾਧ ਤੋਂ ਦੂਰ ਹੈ ਨਾ। ਤੈਨੂੰ ਕਿਸ ਤਰ੍ਹਾਂ ਵਸਲ ਨਸੀਬ ਹੋਵੇ, ਦਿਲਬਰ ਪਕੜਿਆ ਵਾਂਗ ਜਮੂਰ ਹੈ ਨਾ। ਪਾਪਾਂ ਅਪਰਾਧਾਂ ਦਾ ਖਹਿੜਾ ਹੀ ਨਹੀਂ ਛੱਡਿਆ, ਹਿਰਦਾ ਕਿੱਦਾਂ ਸਾਫ਼ ਹੁੰਦਾ। ਪਰਮਾਤਮਾ ਦੇ ਨਾਲ ਸੱਚਾ ਫਕੀਰ, ਮੌਤ ਤੋਂ ਨਾ ਡਰਨ ਵਾਲਾ ਜਿਹੜਾ, ਉਹਨੂੰ ਦਿਲਬਰ ਕਹਿੰਦੇ। ਪਰਮਾਤਮਾ ਦਾ ਜਿਹੜਾ ਪਿਆਰਾ, ਉਹ ਕਦੇ ਵੀ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟਦਾ ਨਹੀਂ, ਭਾਵੇਂ ਜੰਬੂਰਾਂ ਦੇ ਨਾਲ ਉਹਦਾ ਮਾਸ ਨੋਚ ਲੈਣ, ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ। ਜੰਬੂਰ ਜਿਸ ਤਰ੍ਹਾਂ ਪਲਾਸ ਹੁੰਦਾ, ਜਿਸ ਤਰ੍ਹਾਂ ਸੰਨੀ ਹੁੰਦੀ ਹੈ, ਇਸ ਤਰ੍ਹਾਂ ਦਾ ਇੱਕ ਉਹ ਛੰਦ ਆ ਜੰਬੂਰ, ਉਹਦੇ ਨਾਲ ਮਾਸ ਨੋਚਦੇ ਹੁੰਦੇ ਸੀ। ਰੱਬ ਦੇ ਪਿਆਰਿਆਂ ਦਾ ਅਤੇ ਜਿਉਂਦਿਆਂ ਦਾ ਮਾਸ ਨੋਚਿਆ ਗਿਆ, ਉਹ ਤਾਂ ਪਰਮਾਤਮਾ ਦੇ ਚਰਨਾਂ ਨਾਲੋਂ ਨਾ ਟੁੱਟੇ। ਕਿੱਥੇ ਰਹੀ ਜੇ ਬੋਲ ਇਮਾਨਦਾਰੀ, ਹਟਿਆ ਖਾਣ ਤੋਂ ਗਾਫਲਾ ਸੂਰ ਹੈ ਨਾ। ਕੀਤੀ ਨਹੀਂ ਮਰਦਾਦ ਨਗੀ, ਕੀਤੀ ਨਹੀਂ ਮਰਦਾਨਗੀ ਮਰਦ ਵਾਲੀ, ਹੋਇਆ ਜਗਤ ਦੇ ਵਿੱਚ ਮਸ਼ਹੂਰ ਹੈ ਨਾ। ਗਾਫਲਾ, ਭੈੜੀਆਂ ਖੁਰਾਕਾਂ ਖਾਣ ਤੋਂ ਟਲਿਆ ਨਾ। ਅਸਲ ਵਿੱਚ ਜਿਹੜੀ ਮਰਦਾਨਗੀ ਸੀ, ਕੋਈ ਭਲੇ ਦਾ ਕੰਮ ਕਰਦਾ, ਕਿਸੇ ਗਰੀਬ ਲੋੜਵੰਦ ਦੀ ਮਦਦ ਕਰਦਾ, ਕਿਸੇ ਕਮਜ਼ੋਰ ਦੀ ਮਦਦ ਕਰਦਾ, ਤਾਂ ਹੀ ਤੂੰ ਜਗਤ ਵਿੱਚ ਮਸ਼ਹੂਰ ਹੁੰਦਾ। ਕੋਈ ਇੱਦਾਂ ਦਾ ਕੰਮ ਨਹੀਂ ਕੀਤਾ। ਸਾਰੀ ਜ਼ਿੰਦਗੀ ਦੇਖ ਬਰਬਾਦ ਕੀਤੀ, ਚੜ੍ਹਿਆ ਇਸ਼ਕ ਦਾ ਮਦ ਸਰੂਰ ਹੈ ਨਾ। ਐਵੇਂ ਝੂਠਿਆ ਮਿਸਰ ਦੀ ਖਬਰ ਦੇਵੇਂ, ਜਾ ਕੇ ਦੇਖਿਆ ਸ਼ਹਿਰ ਕਸੂਰ ਹੈ ਨਾ। ਪਰਮਾਤਮਾ ਦੇ ਨਾਲ ਪਿਆਰ ਦਾ ਜਿਹੜਾ ਸਰੂਰ ਹੁੰਦਾ ਨਾ, ਵਾਹਿਗੁਰੂ ਦੇ ਨਾਲ ਇਸ਼ਕ ਦਾ ਜਿਹੜਾ ਸਰੂਰ ਆ, ਉਹ ਤੈਨੂੰ ਕਦੇ ਚੜ੍ਹਿਆ ਹੀ ਨਾ। ਸਾਰੀ ਜ਼ਿੰਦਗੀ ਐਵੇਂ ਬਰਬਾਦ ਕਰ ਲਈ, ਅਤੇ ਗੱਲਾਂ ਬਾਤਾਂ ਉਹ ਇਸ ਝੂਠੇ ਬੰਦੇ ਕੋਲੋਂ ਜਿੰਨੀਆਂ ਮਰਜ਼ੀ ਸੁਣ ਲਓ, ਗੱਲਾਂ ਸੁਣਦਾ ਮਿਸਰ ਦੀਆਂ, ਗਿਆ ਕਦੀ ਕਸੂਰ ਵੀ ਨਹੀਂ। ਜਿਹਨੂੰ ਹੱਕ ਦੇ ਨੂਰ ਦਾ ਪਿਆ ਜਲਵਾ, ਸਾਬਤ ਰਹਿ ਗਿਆ ਵਾਂਗ ਕੋਹਤੂਰ ਹੈ ਨਾ। ਗੱਲਾਂ ਹੰਸ ਹੁਮਾ ਦੀਆਂ ਕਰੇ ਬੈਠਾ, ਅੱਖੀਂ ਦੇਖਿਆ ਕਦੇ ਲੰਗੂਰ ਹੈ ਨਾ। ਜਿਨ੍ਹਾਂ ਨੂੰ ਪਰਮਾਤਮਾ ਦੇ ਸੱਚੇ ਨੂਰ ਦਾ ਜਲਵਾ ਦਿਸ ਪਿਆ, ਉਹ ਕੋਹੇ ਤੂਰ ਪਰਬਤ ਵਾਂਗੂ ਸਾਬਤ ਰਹਿ ਗਏ। ਗੱਲਾਂ ਸੁਣਾਉਂਦਾ ਹੰਸਾਂ ਦੀਆਂ, ਹੁਮਾ ਪੰਛੀ ਦੀਆਂ, ਜਿਹੜਾ ਆਕਾਸ਼ ਵਿੱਚ ਹੀ ਉੱਡਦਾ ਰਹਿੰਦਾ। ਵੇਖਿਆ ਇਹਨੇ ਕਦੇ ਲੰਗੂਰ ਵੀ ਹੈ ਨਹੀਂ, ਲੰਗੂਰ ਇੱਕ ਜਾਨਵਰ ਆ, ਉਹ ਵੀ ਨਹੀਂ ਕਦੀ ਵੇਖਿਆ। ਗੱਲਾਂ ਭਾਵੇਂ ਦੇ ਕੋਲੋਂ ਹੰਸ ਅਤੇ ਹੁਮਾ ਪੰਛੀ ਦੀਆਂ ਸੁਣ ਲਓ, ਇਹੋ ਜਿਹੀ ਜ਼ਿੰਦਗੀ ਆ। ਤੈਨੂੰ ਰੱਬ ਨੇ ਰੱਖਿਆ ਯਾਦ ਬੰਦੇ, ਤੈਂ ਨਹੀਂ ਰੱਖਿਆ ਯਾਦ ਜ਼ਹੂਰ ਹੈ ਨਾ। ਕੀਤਾ ਕਿਸੇ ਦਾ ਦਿਲੋਂ ਵਿਸਾਰ ਦੇਣਾ, ਭਲਿਆਂ ਮਾਨਸਾਂ ਦਾ ਦਸਤੂਰ ਹੈ ਨਾ। ਤੂੰ ਰੱਬ ਨੂੰ ਭੁਲਾ ਦਿੱਤਾ, ਪਰਮਾਤਮਾ ਨੇ ਤੈਨੂੰ ਨਹੀਂ ਭੁਲਾਇਆ। ਵਾਹਿਗੁਰੂ ਦੇ ਤੂੰ ਚੇਤੇ ਵਿੱਚ ਹਾਂ, ਚਿੱਤੈ ਅੰਦਰ ਸਭ ਕੋ,
ਦੇਖ ਨਦਰੀ ਹੇਠ ਚਲਾਏਂਦਾ। ਤੂੰ ਪ੍ਰਮਾਤਮਾ ਨੂੰ ਬੇਸ਼ੱਕ ਨਾ ਯਾਦ ਰੱਖ, ਪ੍ਰਮਾਤਮਾ ਦੇ ਯਾਦ ਵਿੱਚ, ਵਾਹਿਗੁਰੂ ਦੇ ਚੇਤੇ ਵਿੱਚ ਤੂੰ ਹੈ। ਕਿਸੇ ਦਾ ਕੀਤਾ ਵਿਸਾਰਿਆ ਨਾ ਕਰ, ਇਹ ਭਲੇ ਬੰਦਿਆਂ ਦਾ ਦਸਤੂਰ ਨਹੀਂ। ਜਿਹੜੇ ਭਲੇ ਇਨਸਾਨ ਹਨ ਉਹ ਕਿਸੇ ਦੇ ਕੀਤੇ ਹੋਏ ਪਰਉਪਕਾਰ ਨੂੰ ਭੁੱਲਦੇ ਨਹੀਂ, ਉਹ ਹਮੇਸ਼ਾ ਯਾਦ ਰੱਖਦੇ ਹਨ। ਤਾਂ ਹੀ ਇਲਮ ਤੋਂ ਰਿਹਾ ਮਹਿਰੂਮ ਖਾਲੀ, ਖਾਦੀ ਕਿਸੇ ਉਸਤਾਦ ਤੋਂ ਘੂਰ ਹੈ ਨਾ। ਤਾਈਏ ਹਰੜ ਬਹੇੜਿਆਂ ਵਿਕੇ ਸਸਤਾ, ਤੇਰੇ ਵਿੱਚ ਖੁਸ਼ਬੂ ਕਾਫੂਰ ਹੈ ਨਾ। ਤਾਂ ਹੀ ਤੂੰ ਇਲਮ ਤੋਂ ਦੂਰ ਰਹਿ ਗਿਆ, ਕਦੇ ਕਿਸੇ ਕੋਲੋਂ ਸਿੱਖਿਆ ਹੀ ਨਹੀਂ, ਕਦੇ ਉਸਤਾਦ ਦੇ ਕੋਲੋਂ ਘੂਰ ਖਾਧੀ ਨਹੀਂ ਵੀ ਮੈਂ ਕੋਈ ਸਿੱਖ ਲਵਾਂ। ਹਰੜਾਂ ਅਤੇ ਬਹੇੜਿਆਂ ਵਾਂਗੂ ਸਸਤਾ ਹੀ ਵਿਕਦਾ ਰਿਹਾ, ਕਿਸੇ ਰੱਬ ਦੇ ਪਿਆਰੇ ਦੀ ਸੰਗਤ ਨਹੀਂ ਕੀਤੀ, ਕਦੇ ਕੁਝ ਸਿੱਖਿਆ ਨਹੀਂ। ਤਾਂ ਹੀ ਕਰਕੇ ਤੇਰੇ ਵਿੱਚ ਕਾਫੂਰ, ਕਪੂਰ, ਉਹਦੇ ਵਰਗੀ ਜਿਹੜੀ ਖੁਸ਼ਬੂ ਹੈ ਨਹੀਂ ਹੈ, ਕੋਈ ਸ਼ੁਭ ਗੁਣ ਨਹੀਂ ਹਨ। ਦਇਆ ਸਿੰਘਾ ਤੂੰ ਮਰ ਗਿਆ ਮੌਤ ਆਈ, ਕੀਤਾ ਜਿਉਂਦਿਆਂ ਮਰਨ ਮਨਜ਼ੂਰ ਹੈ ਨਾ। ਮੌਤ ਆਈ ਤੇ ਮਰ ਗਿਆ, ਜਿਉਂਦੇ ਜੀ ਨਹੀਂ ਮਰਿਆ। ਜਿਉਂਦੇ ਜੀ ਮਰਨਾ ਸੀ ਹਉਮੈ ਹੰਕਾਰ ਵਾਲੇ ਪਾਸਿਓਂ, ਜਿਹਨੂੰ ਕਹਿੰਦੇ ਨੇ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ, ਤੋ ਆਓ ਹਮਾਰੇ ਪਾਸ। ਇਸ ਤਰ੍ਹਾਂ ਦਾ ਮਰਨ ਕਬੂਲਣਾ ਸੀ। 30 ਸਾਲ ਵੀ ਇਸ ਤਰ੍ਹਾਂ ਹੀ ਲੰਘ ਗਏ, 31 ਸਾਲਾਂ ਦੀ ਉਮਰ ਹੋ ਜਾਂਦੀ ਆ, ਉਦੋਂ ਕਿਤੇ ਪਰਮਾਤਮਾ ਨੂੰ ਯਾਦ ਕਰਦਾ। ਗਈ ਉਮਰ 31ਵੇਂ ਸਾਲ ਦੀ ਏ, ਆਈ ਕਿਤੇ ਨਾ ਸੋਚ ਵਿਚਾਰ ਤੈਨੂੰ, ਗਾਫਲ ਕੌਡੀਆਂ ਵਾਂਗਰਾਂ ਖਰਚ ਕੀਤੇ, ਦਿੱਤੇ ਦਮਾਂ ਦੇ ਲਾਲ ਜਵਾਰ ਤੈਨੂੰ। ਅਜੇ ਵੀ ਨਹੀਂ ਸੋਝੀ ਆਉਂਦੀ, ਕੌਡੀਆਂ ਦੇ ਵਾਂਗੂ ਹੀਰੇ ਲਾਲ ਜਵਾਹਰਾਤਾਂ ਤੋਂ ਵੀ ਮਹਿੰਗੇ ਜਿਹੜੇ ਸਵਾਸ ਐਵੇਂ ਗਵਾਈ ਜਾਂਦਾ। ਪੱਲੇ ਬੰਨ ਕੇ ਦਮਾਂ ਦੀ ਰਾਸ ਬੰਦੇ, ਰੱਬ ਭੇਜਿਆ ਕਰਨ ਵਪਾਰ ਤੈਨੂੰ। ਇਹਨਾਂ ਦਮਾਂ ਅਖੀਰ ਨੂੰ ਮੁੱਕ ਜਾਣਾ, ਦੇਣੀ ਲੇਖ ਨਸੀਬ ਨੇ ਹਾਰ ਤੈਨੂੰ। ਪਰਮਾਤਮਾ ਨੇ ਤੇਰੇ ਪੱਲੇ ਸਵਾਸਾਂ ਦੀ ਰਾਸ ਪੂੰਜੀ ਬੰਨ੍ਹ ਕੇ ਤੈਨੂੰ ਭੇਜਿਆ ਸੀ, ਉਹ ਮੁੱਕਦੇ ਜਾ ਰਹੇ ਆ। ਤੈਨੂੰ ਕਿਹਾ ਸੀ ਜਾ ਇਹਨਾਂ ਨਾਲ ਜਾ ਕੇ ਵਪਾਰ ਕਰ, ਚੰਗੇ ਕੰਮ ਕਰ। ਆਖਰ ਦਮਾਂ ਨੇ ਮੁੱਕ ਜਾਣਾ, ਨਸੀਬਾਂ ਨੇ ਤੈਨੂੰ ਹਾਰ ਦੇ ਦੇਣੀ ਆ। ਇਹਨਾਂ ਦਮਾਂ ਦੇ ਹੁੰਦਿਆਂ ਮੁਲਕ ਅੰਦਰ, ਕਰਨੇ ਵਾਸਤੇ ਸੈਰ ਬਾਜ਼ਾਰ ਤੈਨੂੰ। ਜਿੱਦਣ ਦਮਾਂ ਦੀ ਰਾਸ ਨਾ ਕੋਲ ਹੋਈ, ਚੱਕ ਲੈਣਗੇ ਚਾਰ ਕਹਾਰ ਤੈਨੂੰ। ਪਰਮਾਤਮਾ ਨੇ ਤੇਰੇ ਘੁੰਮਣ ਫਿਰਨ ਵਾਸਤੇ ਕਿੰਨੇ ਮੁਲਕ, ਸੈਰਾਂ ਕਰਨ ਲਈ ਬਾਜ਼ਾਰ, ਕਿੰਨਾ ਕੁਝ ਬਣਾਇਆ। ਪਰ ਰੱਬ ਨੂੰ ਵੀ ਤੇ ਯਾਦ ਕਰ। ਜਿਸ ਦਿਨ ਸਵਾਸਾਂ ਦੀ ਰਾਸ ਮੁੱਕ ਗਈ, ਤੈਨੂੰ ਚਾਰ ਕਹਾਰ ਚੁੱਕ ਲੈਣਗੇ। ਇਹਨਾਂ ਦਮਾਂ ਦੇ ਹੁੰਦਿਆਂ ਦਿਲ ਬਰਾਵੇ, ਪਾਵਨ ਘੁੱਟ ਕੇ ਜੱਫੀਆਂ ਯਾਰ ਤੈਨੂੰ। ਜਿੱਦਣ ਦਮਾਂ ਦੀ ਰਾਸ ਨਾ ਪਾਸ ਹੋਈ, ਸੁੱਟ ਆਉਣਗੇ ਚੱਕ ਕੇ ਬਾਹਰ ਤੈਨੂੰ। ਜਿੰਨਾ ਚਿਰ ਸਵਾਸ ਚੱਲਦੇ ਆ, ਤੇਰੇ ਮਿੱਤਰ, ਦੋਸਤ, ਘਰ ਪਰਿਵਾਰ ਵਾਲੇ ਤਾਂ ਹੀ ਤੈਨੂੰ ਘੁੱਟ ਘੁੱਟ ਜੱਫੀਆਂ ਪਾਉਂਦੇ ਆ। ਜਿੱਦਣ ਸਵਾਸ ਰੁਕ ਗਏ, ਚੁੱਕ ਕੇ ਬਾਹਰ ਸੁੱਟ ਆਉਣਗੇ। ਫਿਰ ਸਾਰੇ ਇਹੋ ਪੁੱਛਣਗੇ ਜਦੋਂ ਸਵਾਸ ਬੰਦ ਹੋ ਗਏ, ਇਹਨੂੰ ਕਦੋਂ ਲੈ ਕੇ ਜਾਣਾ, ਅਸੀਂ ਕਿੰਨਾ ਕੁ ਸਮਾਂ ਹੋਰ ਉਡੀਕ ਕਰੀਏ। ਇਹਨਾਂ ਦਮਾਂ ਦੇ ਹੁੰਦਿਆਂ ਗਾਫਲਾ ਓਏ, ਠਾਠਾਂ ਦੇਵਦਾ ਖੁਦੀ ਹੰਕਾਰ ਤੈਨੂੰ। ਇਹਨਾਂ ਦਮਾਂ ਦੀ ਰਾਸ ਨਿਖੁੱਟ ਜਾਸੀ, ਬਣਸੀ ਦਿਲਬਰਾ ਸਖਤ ਲਾਚਾਰ ਤੈਨੂੰ। ਸਵਾਸ ਚੱਲਦੇ ਰਹੇ, ਹਉਮੈ ਹੰਕਾਰ ਦੀਆਂ ਠਾਠਾਂ ਤੇਰੇ 'ਚ ਪੈਦਾ ਹੁੰਦੀਆਂ ਰਹੀਆਂ, ਲਹਿਰਾਂ ਆਉਂਦੀਆਂ ਰਹੀਆਂ। ਜਦੋਂ ਦਮ ਰੁਕ ਗਏ, ਫਿਰ ਤੂੰ ਲਾਚਾਰ ਹੋ ਜਾਏਗਾ, ਫਿਰ ਕੁਛ ਕਰ ਨਹੀਂ ਸਕੇਗਾ।
ਇਹਨਾਂ ਦਮਾਂ ਦੇ ਹੁੰਦਿਆਂ ਸਭ ਖੁਸ਼ੀਆਂ, ਦੁਨੀਆ ਜਾਪਸੀ ਖਿੜੀ ਗੁਲਜ਼ਾਰ ਤੈਨੂੰ, ਜਿੱਦਣ ਦਮਾਂ ਦੀ ਰਾਸ ਨਾ ਕੋਲ ਹੋਈ, ਮੰਜੇ ਸੀੜੀ ਤੇ ਕਰਨ ਅਸਵਾਰ ਤੈਨੂੰ। ਇਹਨਾਂ ਦਮਾਂ ਦੇ ਹੁੰਦਿਆਂ ਸੱਜਣਾ ਓਏ, ਮਿੱਠੇ ਜਾਪ ਦੇ ਵਿਸ਼ੇ ਵਿਕਾਰ ਤੈਨੂੰ, ਜਿੱਦਣ ਦਮਾਂ ਦਾ ਪੱਲਿਓਂ ਖਰਚ ਮੁੱਕਾ, ਚਿੱਟਾ ਕੱਪੜਾ ਕਬਰ ਤਿਆਰ ਤੈਨੂੰ। ਇਹਨਾਂ ਦਮਾਂ ਦੇ ਹੁੰਦਿਆਂ ਵਿੱਚ ਦੁਨੀਆ, ਖਾਣੇ ਵਾਸਤੇ ਅੰਬ ਅਨਾਰ ਤੈਨੂੰ, ਦਮ ਜਦੋਂ ਨਿਖੁੱਟ ਗਏ ਦਇਆ ਸਿੰਘਾ, 12 ਪੱਥਰੋਂ ਕਰਨਗੇ ਪਾਰ ਤੈਨੂੰ। ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਤੇਰੀ ਜਿਹੜੀ ਉਮਰ 31 ਸਾਲਾਂ ਦੀ ਹੋ ਗਈ ਆ, ਅਜੇ ਵੀ ਕੁਝ ਨਾ ਕੁਝ ਸਮਝਣ ਦੀ ਕੋਸ਼ਿਸ਼ ਕਰ, ਪਰ ਮਨੁੱਖ ਨਹੀਂ ਸਮਝਦਾ। ਸਾਧੂ ਜੀ ਨੇ ਬਹੁਤ ਸਮਝਾਇਆ ਕਿ ਭਾਈ ਜਿੰਨਾ ਚਿਰ ਸਵਾਸ ਚੱਲਦੇ ਆ ਉਹਨਾਂ ਚਿਰ ਹੀ ਸਾਰੇ ਸਕੇ ਸੰਬੰਧੀ, ਸਾਰੇ ਖੁਸ਼ੀਆਂ ਆਨੰਦ ਹਨ, ਬਾਅਦ ਵਿੱਚ ਮਿੱਟੀ ਦੀ ਢੇਰੀ ਹੋ ਜਾਏਗਾ। ਨਹੀਂ ਸਮਝਦਾ। ਬੇਸਮਝੀ ਦੇ ਵਿੱਚ ਹੀ 31 ਸਾਲਾਂ ਦੀ ਉਮਰ ਲੰਘ ਜਾਂਦੀ ਆ, 31ਵਾਂ ਜਨਮ ਦਿਨ ਮਨਾ ਲੈਂਦਾ, ਉਸ ਤੋਂ ਬਾਅਦ 32ਵਾਂ ਸਾਲ ਸ਼ੁਰੂ ਹੋ ਜਾਂਦਾ। 32 ਸਾਲ ਅੰਦਰ ਬੰਦਾ ਸਮਝ ਬੈਠਾ, ਮੈਥੋਂ ਮੰਗਣਾ ਕਿਸੇ ਹਿਸਾਬ ਨਾਹੀਂ, ਜਿਤਨਾ ਚਿੱਤ ਚਾਵੇ ਉਤਨਾ ਲੁੱਟ ਖਾਵਾਂ, ਮੈਥੋਂ ਮੰਗਣਾ ਕਿਸੇ ਜਵਾਬ ਨਾਹੀਂ। ਨਰਕ ਸੁਰਗ ਨਾ ਰਾਮ ਰਹੀਮ ਕੋਈ, ਮੈਨੂੰ ਦੇਵਣਾ ਕਿਸੇ ਅਜ਼ਾਬ ਨਾਹੀਂ। ਇਹ ਬੰਦਾ ਸਮਝਦਾ ਕੋਈ ਜਮਾਂ ਦੀ ਮਾਰ, ਕੋਈ ਇਹੋ ਜਿਹਾ ਗੱਲ ਹੈ ਨਹੀਂ, ਐਵੇਂ ਡਰਾਉਂਦੇ ਨੇ। ਬੁਰੇ ਕੰਮ ਦਾ ਕਹੇ ਨਾ ਦੋਸ਼ ਕੋਈ, ਭਲੇ ਕੰਮ ਦਾ ਕਹੇ ਸਵਾਬ ਨਾਹੀਂ। ਕਹਿੰਦਾ ਬੁਰੇ ਕੰਮ ਦਾ ਕੋਈ ਦੋਸ਼ ਨਹੀਂ ਹੁੰਦਾ, ਭਲੇ ਕੰਮ ਦਾ ਕੋਈ ਪੁੰਨ ਫਲ ਦਰਗਾਹ ਦੇ ਵਿੱਚ ਕੋਈ ਆਦਰ ਮਾਣ ਨਹੀਂ ਮਿਲਦਾ, ਐਵੇਂ ਕਹਿਣ ਦੀਆਂ ਗੱਲਾਂ ਨੇ। ਜੇ ਕੋਈ ਪੁੱਛੇ ਤਾਂ ਜਲਦ ਜਵਾਬ ਦੇਵੇ, ਆਖੇ ਬਹਿਰ ਤੋਂ ਜੁਦਾ ਹਬਾਬ ਨਾਹੀਂ। ਜੇ ਕੋਈ ਪੁੱਛਦਾ ਤੇ ਕਹਿੰਦਾ ਸਮੁੰਦਰ ਜਿਹੜਾ ਹੈ ਉਹ ਪਾਣੀ ਦੇ ਬੁਲਬੁਲਿਆਂ ਤੋਂ ਬਿਨਾਂ ਨਹੀਂ ਹੈ। ਜੇ ਕੋਈ ਪੁੱਛੇ ਤਾਂ ਜਲਦ ਜਵਾਬ ਦੇਵੇ, ਆਖੇ ਬਹਿਰ ਤੋਂ ਜੁਦਾ ਹਬਾਬ ਨਾਹੀਂ। ਆਖੇ ਰਾਮ ਰਹੀਮ ਨਾ ਦੀਨ ਸੱਚਾ, ਕੋਈ ਉਤਰੀ ਅਹਲੇ ਕਿਤਾਬ ਨਾਹੀਂ। ਇਲਹਾਮੀ ਰੱਬੀ ਕਿਤਾਬ ਕੋਈ ਧਾਰਮਿਕ ਗ੍ਰੰਥਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ। ਸੌਖੀ ਨਿਕਲੂ ਜਾਨ ਵਜੂਦ ਵਿੱਚੋਂ, ਹੋਣਾ ਨਿਜ਼ਾ ਦੇ ਵਕਤ ਬੇਤਾਬ ਨਾਹੀਂ। ਮੌਤ ਵੇਲੇ ਕੋਈ ਡਰ ਨਹੀਂ, ਸੌਖੀ ਜਾਨ ਨਿਕਲ ਜਾਵੇਗੀ, ਇੱਦਾਂ ਸਮਝਦਾ ਰਹਿੰਦਾ। ਪਾਪੀ ਸਮਝਦਾ ਮਾਰਦੀ ਝੂਠ ਦੁਨੀਆ, ਸਮਝੇ ਆਪ ਨੂੰ ਕਦੇ ਕਜ਼ਾਬ ਨਾਹੀਂ। ਬਾਕੀ ਸਾਰਿਆਂ ਨੂੰ 32 ਸਾਲ ਦੀ ਉਮਰ 'ਚ ਵੀ ਝੂਠਾ ਹੀ ਸਮਝਦਾ ਰਹਿੰਦਾ ਅਤੇ ਕਹਿੰਦਾ ਜੋ ਕੁਝ ਬਸ ਮੈਂ ਹੀ ਮੈਂ ਹਾਂ, ਸਭ ਕਾਸੇ ਦਾ ਮੈਨੂੰ ਹੀ ਪਤਾ। ਐਵੇਂ ਸੰਤ ਰੱਬ ਦੇ ਪਿਆਰੇ ਜਿੰਨੇ ਐਵੇਂ ਝੂਠ ਬੋਲ ਕੇ ਮੈਨੂੰ ਡਰਾਉਂਦੇ ਆ। ਨਾ ਕੋਈ ਨਰਕ, ਨਾ ਕੋਈ ਸਵਰਗ, ਨਾ ਕੋਈ ਹਿਸਾਬ, ਨਾ ਕੋਈ ਕਿਤਾਬ, ਨਾ ਕੋਈ ਪਾਪ, ਨਾ ਕੋਈ ਪੁੰਨ, ਕੁਛ ਨਹੀਂ ਇਹੋ ਜਿਹਾ ਹੁੰਦਾ। ਮੂਰਖ ਆਖਦਾ ਏ ਦੁਨੀਆ ਬਣੀ ਐਵੇਂ, ਮੇਰੇ ਨਾਲ ਦਾ ਵਿੱਚ ਪੰਜਾਬ ਨਾਹੀਂ। ਗੱਲ ਗੱਲ ਦੇ ਨਾਲ ਇਤਰਾਜ਼ ਕਰਦਾ, ਜੀਬ ਹੁੰਦਿਆਂ ਲਾ ਜਵਾਬ ਨਾਹੀਂ। ਕਹਿੰਦਾ ਮੇਰੇ ਵਰਗਾ ਤੇ ਕੋਈ ਹੋਰ ਹੈ ਹੀ ਨਹੀਂ। ਵਿੱਚ ਖੁਦੀ ਦੇ ਮਸਤ ਖਾਮੋਸ਼ ਹੋਇਆ, ਕਦੀ ਛੋੜਦਾ ਕਰਮ ਖਰਾਬ ਨਾਹੀਂ। ਵਿੱਚ ਫਖਰ ਤਕੱਬਰੀ ਆਣ ਬੈਠੀ, ਕਰੇ ਕਿਸੇ ਦਾ ਅਦਬ ਅਦਾਬ ਨਾਹੀਂ। ਨਾ ਇਹਨੂੰ ਕਿਸੇ ਦਾ ਇੱਜ਼ਤ ਮਾਣ ਸਤਿਕਾਰ ਆਦਰ ਕਰਨਾ ਆਉਂਦਾ। ਹੰਕਾਰ ਅਤੇ ਆਕੜਾਂ ਦੇ ਵਿੱਚ ਹੀ ਇੰਨਾ ਜ਼ਿਆਦਾ ਖਚਤ ਹੋਇਆ ਹੈ। ਸਦਾ ਰਹੇ ਕਰੋਧ ਦੇ ਵਿੱਚ ਸੜਿਆ, ਤੇਜੀ ਛੋੜਦਾ ਵਾਂਗ ਤੇਜ਼ਾਬ ਨਾਹੀਂ।
ਇੱਥੇ ਆਣ ਕੇ ਪੈਰ ਪਸਾਰ ਬੈਠਾ, ਦੁਨੀਆ ਸਮਝਦਾ ਮਿਸਲ ਖੁਆਬ ਨਾਹੀਂ। ਕ੍ਰੋਧ ਵੀ ਨਹੀਂ ਛੱਡਦਾ, ਸੜਿਆ ਰਹਿੰਦਾ, ਤੇਜ਼ ਬੋਲਦਾ, ਬਹੁਤ ਗੁੱਸੇ ਵਿੱਚ ਬੋਲਦਾ। ਘਰ ਪਰਿਵਾਰ ਦੇ ਜੀਆਂ ਨਾਲ ਵੀ 32 ਸਾਲ ਦੀ ਉਮਰ ਆ, ਕ੍ਰੋਧ ਨੇ ਖਹਿੜਾ ਨਹੀਂ ਛੱਡਿਆ। ਨਿਆਣੇ ਵੀ ਡਰਦੇ ਆ, ਘਰ ਵਾਲੀ ਵੀ ਡਰਦੀ ਹੈ ਵੀ ਹੁਣ ਪਿਤਾ ਜੀ ਆ ਗਏ ਵੀ ਚੁੱਪ ਕਰ ਜਾਓ, ਬੜੇ ਕ੍ਰੋਧ 'ਚ ਰਹਿੰਦੇ ਆ। ਮਨ ਨੂੰ ਸ਼ਾਂਤੀ ਜੋ ਹੈ ਨਹੀਂ ਆ, ਪਰਮਾਤਮਾ ਦੇ ਚਰਨਾਂ ਦੇ ਨਾਲ ਜੋ ਨਹੀਂ ਜੁੜਿਆ। ਦੁਨੀਆ 'ਚ ਪੈਰ ਪਸਾਰ ਕੇ ਬੈਠਾ, ਇਹ ਨਹੀਂ ਸਮਝਦਾ ਵੀ ਸਾਰਾ ਕੁਝ ਮੈਂ ਇੱਕ ਖੁਆਬ ਵੇਖ ਰਿਹਾ। ਮਾਲਕ ਭੁੱਲਿਆ ਮੁੜ ਕਦੀ ਤੋਰ ਤੁਰਦਾ, ਮਾਲਕ ਭੁੱਲਿਆ ਮੜਕ ਦੀ ਤੋਰ ਤੁਰਦਾ। ਖੁਦੀ ਛੋੜਦਾ ਵਾਂਗ ਨਵਾਬ ਨਾਹੀਂ, ਕਰਦਾ ਰੀਸ ਹੈ ਬ੍ਰਹਮ ਗਿਆਨੀਆਂ ਦੀ। ਐ ਪਰ ਉਹਨਾਂ ਦੀ ਮਿਸਲ ਪਿਸ਼ਾਬ ਨਾਹੀਂ। ਬ੍ਰਹਮ ਗਿਆਨੀਆਂ ਦੀ ਆਪਣੇ ਆਪ ਨੂੰ ਤੁਲਨਾ ਦਿੰਦਾ, ਮੈਂ ਬਹੁਤ ਸਿਆਣਾ, ਬਹੁਤ ਚੰਗਾ। ਨਵਾਬਾਂ ਵਾਲੀ ਤੋਰ ਤੁਰਦਾ, ਹੰਕਾਰ ਹਉਮੈ ਛੱਡਦਾ ਨਹੀਂ। ਦੌਲਤ ਮਾਲ ਦੇ ਵਿੱਚ ਕਮਾਲ ਹੋਇਆ, ਅਸਲੀ ਵਤਸ ਹੋਈ ਦਸਤਿਆਬ ਨਾਹੀਂ। ਨੇਕ ਨਾਮ ਹੈ ਆਪਣੇ ਆਪ ਬਣਿਆ, ਮਿਲਿਆ ਸਰਟੀਫਿਕੇਟ ਖਿਤਾਬ ਨਾਹੀਂ। ਇਸ ਤਰ੍ਹਾਂ ਦੀ ਇਹਦੀ ਜ਼ਿੰਦਗੀ ਦਾ ਰਹਿਣ ਸਹਿਣ ਦਾ ਢੰਗ ਤਰੀਕਾ ਹੈ। ਆਪਣੇ ਆਪ ਨੂੰ ਆਪੇ ਹੀ ਚੰਗਾ ਕਹੀ ਜਾਂਦਾ। ਲੱਗਾ ਦੁੱਖ ਤੇ ਕਹੇ ਤੰਦਰੁਸਤ ਹਾਂ ਮੈਂ, ਦਿੱਤਾ ਕਿਸੇ ਹਕੀਮ ਜੁਲਾਬ ਨਾਹੀਂ। ਪਕੜੀ ਦੀਨ ਤੇ ਮਜ਼ਹਬ ਦੀ ਖੱਪ ਵਾਦੀ, ਕੀਤਾ ਦੂਈ ਦਾ ਦੂਰ ਨਕਾਬ ਨਾਹੀਂ। ਹੈ ਬਿਮਾਰ, ਸਮਝਦਾ ਆਪਣੇ ਆਪ ਨੂੰ ਤੰਦਰੁਸਤ ਆ, ਅੰਦਰ ਕਈ ਤਰ੍ਹਾਂ ਦੇ ਵਿਕਾਰਾਂ ਦੇ ਰੋਗ ਲੱਗੇ ਹੋਏ ਨੇ। ਧਰਮ ਦੇ ਨਾਮ ਦੇ ਉੱਤੇ ਲੜਾਈਆਂ ਝਗੜੇ ਕਰਦਾ। ਭੁੱਖਾ ਦੇਖ ਨਾ ਕਿਸੇ ਨੂੰ ਅੰਨ ਦੇਵੇ, ਠੰਡਾ ਸਰਦ ਪਿਆਵਦਾ ਆਬ ਨਾਹੀਂ। ਆਬ ਦਾ ਅਰਥ ਹੁੰਦਾ ਪਾਣੀ। ਭੁੱਖੇ ਨੂੰ ਭੋਜਨ ਨਹੀਂ ਦਿੰਦਾ, ਪਿਆਸੇ ਨੂੰ ਪਾਣੀ ਨਹੀਂ ਪਿਆਉਂਦਾ। ਕਰਦਾ ਛੁਰੀ ਦੇ ਨਾਲ ਕਤਲ ਗਊਆਂ, ਰਹਿਮ ਹਿਰਦੇ ਮੇ ਮਿਸਲ ਕਸਾਬ ਨਾਹੀਂ। ਭਰ ਭਰ ਯਾਰ ਸ਼ਰਾਬ ਦੇ ਜਾਮ ਪੀਵੇ, ਹਟਦਾ ਖਾਣ ਤੋਂ ਮਾਸ ਕਬਾਬ ਨਾਹੀਂ। ਸ਼ਰਮ ਲਾ ਕੇ ਦੇਖ ਬੇਸ਼ਰਮ ਹੋਇਆ, ਮਰਦਾ ਡੁੱਬ ਕੇ ਵਿੱਚ ਤਲਾਬ ਨਾਹੀਂ। ਗੱਲਾਂ ਕਰੇ ਮਨ ਭਾਉਂਦੀਆਂ ਦਇਆ ਸਿੰਘਾ, ਜਿੱਧਰ ਜਾਮਦਾ ਵਿੱਚ ਜਨਾਬ ਨਾਹੀਂ। ਕੋਈ ਰੱਬ ਦੇ ਪਿਆਰਿਆਂ ਦੀ ਗੱਲ ਨਹੀਂ ਸੁਣਦਾ, ਆਪਣੀਆਂ ਮਨ ਭਾਉਂਦੀਆਂ ਗੱਲਾਂ ਹੀ ਕਰਦਾ। ਇਸੇ ਤਰ੍ਹਾਂ ਹੀ ਸਮਾਂ ਲੰਘਦਾ ਜਾਂਦਾ। 33 ਸਾਲਾਂ ਦੀ ਉਮਰ ਹੋ ਜਾਂਦੀ ਆ। ਉਮਰ 33ਵੇਂ ਸਾਲ ਦੀ ਹੋਈ ਤੇਰੀ, ਮੌਜਾਂ ਮਾਣੀਆਂ ਵਿੱਚ ਚੁਬਾਰਿਆਂ ਦੇ। ਲਾਵਾਂ ਲੈ ਲਈਆਂ ਨਾਲ ਜਨਾਨੀਆਂ ਦੇ, ਉੱਪਰ ਬੈਠ ਕੇ ਨੀਂਗਰਾ ਖਾਰਿਆਂ ਦੇ। ਨਾਲ ਸ਼ੌਂਕ ਦੇ ਮਹਿਲ ਮਹੱਲ ਪਾਏ, ਜਿਹੜੇ ਚਮਕਦੇ ਮਿਸਾਲ ਗੁਬਾਰਿਆਂ ਦੇ। ਸੁੰਦਰ ਔਰਤਾਂ ਰੱਬ ਨੇ ਦਿੱਤੀਆਂ ਨੇ, ਦੰਦ ਚਮਕਦੇ ਵਾਂਗ ਸਿਤਾਰਿਆਂ ਦੇ। ਖਾਵੇਂ ਨਿਆਮਤਾਂ ਲਵੇਂ ਹਵਾ ਠੰਡੀ, ਵਿੱਚ ਬੈਠ ਕੇ ਮਹਿਲ ਮੁਨਾਰਿਆਂ ਦੇ। ਵਿੱਚ ਮੰਦਰਾਂ ਗੈਸ ਦੇ ਲੰਪ ਜਲਗਦੇ, ਦੂਰੋਂ ਚਮਕਦੇ ਵਾਂਗਰਾਂ ਤਾਰਿਆਂ ਦੇ। ਘਰ ਵਿੱਚ ਰੱਬ ਨੇ ਨਫਰ ਗੁਲਾਮ ਦਿੱਤੇ, ਘੰਟੇ ਖੜਕਦੇ ਵਾਂਗ ਨਗਾਰਿਆਂ ਦੇ। ਜਾਰੀ ਹੁਕਮ ਹਕੂਮਤਾਂ ਚੱਲ ਰਹੀਆਂ, ਖੜੇ ਅਰਦਲੀ ਰਾਜ ਦੁਆਰਿਆਂ ਦੇ। ਦਸਤਰਖਾਨ ਵਿਛਾ ਕੇ ਤੁਆਮ ਖਾਵੇਂ, ਨਾਵੇਂ ਬੈਠ ਕੇ ਹੇਠ
ਫੁਹਾਰਿਆਂ ਦੇ। ਤੈਨੂੰ ਰੱਬ ਨੇ ਦੁੱਧ ਤੇ ਪੁੱਤ ਬਖਸ਼ੇ, ਚੁੰਮੇ ਮੁਖੜੇ ਲਾਲ ਦੁਲਾਰਿਆਂ ਦੇ। ਸੈਰ ਕਰਨ ਦੇ ਵਾਸਤੇ ਗਾਫਲਾ ਹੋਏ, ਲਾਏ ਬਾਗ ਤੈਂ ਦਾਖ ਸ਼ੁਹਾਰਿਆਂ ਦੇ। ਦੌਲਤ ਵਿੱਚ ਜ਼ਮੀਨ ਦੇ ਦੱਬ ਛੱਡੀ, ਘਰ ਵਿੱਚ ਅੰਤ ਨਾ ਗੁਜ਼ਰ ਗੁਜ਼ਾਰਿਆਂ ਦੇ। 33 ਸਾਲ ਦੀ ਉਮਰ ਆ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਤੇਰੇ ਕੋਲੋਂ ਕੁਝ ਵੀ ਲੁਕੋਇਆ ਨਹੀਂ। ਕਿੰਨਾ ਕੁਝ ਬਖਸ਼ਿਸ਼ ਕੀਤਾ, ਉਹ ਸਾਰਾ ਕੁਝ ਹੀ ਗਿਣ ਦਿੱਤਾ। ਧਨ ਦੌਲਤ ਇੰਨਾ ਬਖਸ਼ਿਸ਼ ਕੀਤਾ ਵੀ ਉਹ ਸਾਂਭਿਆ ਨਹੀਂ ਜਾਂਦਾ। ਜ਼ਮੀਨਾਂ ਦੇ ਵਿੱਚ ਪੁਰਾਣੇ ਸਮੇਂ 'ਚ ਲੋਕ ਗੱਡ ਦਿੰਦੇ ਹੁੰਦੇ ਸੀ, ਟੋਆ ਪੁੱਟ ਕੇ ਅਤੇ ਰੁਪਏ ਪੈਸਿਆਂ ਸਿੱਕਿਆਂ ਨੂੰ ਜ਼ਮੀਨ 'ਚ ਗੱਡ ਦੇਣਾ। ਅੱਜ ਦੇ ਸਮੇਂ ਵਿੱਚ ਬੈਂਕਾਂ ਭਰੀਆਂ ਪਈਆਂ ਤਾਂ ਵੀ ਤੇਰਾ ਲਾਲਚ ਨਹੀਂ ਬੁੱਝਦਾ। ਦੌਲਤ ਵਿੱਚ ਜ਼ਮੀਨ ਦੇ ਦੱਬ ਛੱਡੀ, ਘਰ ਵਿੱਚ ਅੰਤ ਨਾ ਗੁਜ਼ਰ ਗੁਜ਼ਾਰਿਆਂ ਦੇ। ਵਿਸਰ ਗਿਆ ਏ ਰਾਮ ਰਹੀਮ ਤੈਨੂੰ, ਵਿੱਚ ਬੈਠ ਕੇ ਲਾਲ ਪਟਾਰਿਆਂ ਦੇ। ਪਰ ਪਰਮਾਤਮਾ ਨਹੀਂ ਯਾਦ ਆ ਰਿਹਾ ਤੈਨੂੰ। ਰੰਗ ਰੰਗੀਲੇ ਜਿਹੜੇ ਪਟਾਰਿਆਂ ਦਾ ਇੱਥੇ ਅਰਥ ਆ ਮਹੱਲਾਂ 'ਚ ਬੈਠ ਕੇ ਪਰਮਾਤਮਾ ਨੂੰ ਭੁੱਲ ਬੈਠਾ। ਭੁੱਲਾ ਰਾਂਝਣਾ ਯਾਰ ਮਹਿਬੂਬ ਤੈਨੂੰ, ਵਿੱਚ ਆਏ ਕੇ ਤਖਤ ਹਜ਼ਾਰਿਆਂ ਦੇ। ਦਇਆ ਸਿੰਘ ਇੱਕ ਰਾਮ ਨੇ ਨਾਦੇ ਨਾਮ ਬਾਝੋਂ, ਘਾਟਾ ਪੈ ਗਿਆ ਵਾਂਗ ਵਣਜਾਰਿਆਂ ਦੇ। ਬਾਕੀ ਸਾਰਾ ਕੁਝ ਆ, ਸੁੱਖ ਸਹੂਲਤਾਂ ਸਾਰੀਆਂ ਨੇ, ਇੱਕ ਸਭ ਤੋਂ ਵੱਡਾ ਘਾਟਾ ਪੈ ਰਿਹਾ ਪਰਮਾਤਮਾ ਦੇ ਨਾਮ ਦਾ, ਜਿਹੜਾ ਇਹਨੂੰ ਚੇਤਾ ਨਹੀਂ। 33 ਸਾਲ ਦੀ ਉਮਰ ਲੰਘਦੀ ਜਾਂਦੀ, 34ਵਾਂ ਸਾਲ ਆ ਜਾਂਦਾ। 34 ਸਾਲ ਅੰਦਰ ਚੰਚਲ ਚਿੱਤ ਤੇਰਾ, ਤੈਨੂੰ ਬੰਦਿਆ ਰਿਹਾ ਭਟਕਾਉਂਦਾ ਈ। ਮਨ ਤੈਨੂੰ ਭਟਕਾਉਂਦਾ ਰਿਹਾ, ਮਨ ਨਾ ਟਿਕਿਆ 34 ਸਾਲਾਂ 'ਚ ਵੀ। 34 ਸਾਲ ਅੰਦਰ ਚੰਚਲ ਚਿੱਤ ਤੇਰਾ, ਤੈਨੂੰ ਬੰਦਿਆ ਰਿਹਾ ਭਟਕਾਉਂਦਾ ਈ। ਇਸੇ ਚਿੱਤ ਨੂੰ ਆਪਣੇ ਵਸ ਕਰ ਲੈ, ਇਹੋ ਚਿੱਤ ਮੁਸੀਬਤਾਂ ਪਾਉਂਦਾ ਈ। 5 ਤਤ ਕਲਬੂਤ ਵਲੈਤ ਅੰਦਰ, ਚਿੱਤ ਬਾਦਸ਼ਾਹ ਹੁਕਮ ਚਲਾਉਂਦਾ ਈ। ਇਸੇ ਚਿੱਤ ਦੇ ਹੈਨ ਸੰਕਲਪ ਸਾਰੇ, ਇਹੋ ਚਿੱਤ ਉਸਾਰ ਦਾ ਢਾਉਂਦਾ ਈ। ਮਨ ਨੂੰ ਕਾਬੂ ਕਰ, ਸਾਰੀਆਂ ਮੁਸ਼ਕਲਾਂ ਇੱਕ ਸਚਿੱਤ ਅਤੇ ਇਸ ਮਨ ਦੀਆਂ ਹੀ ਨੇ। 34 ਸਾਲਾਂ ਦਾ ਹੋ ਗਿਆ, ਆਪਣੇ ਅੰਦਰ ਝਾਤੀ ਮਾਰ, ਮਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰ। ਇਸੇ ਚਿੱਤ ਬਦਕਾਰ ਨੂੰ ਐਬ ਸਾਰੇ, ਇਹੋ ਪਾਪ ਤੇ ਜ਼ੁਲਮ ਕਮਾਉਂਦਾ ਈ। ਇਸੇ ਚਿੱਤ ਦੇ ਵਿੱਚ ਹੈ ਨੇਕ ਬਖਤੀ, ਚਿੱਤ ਚੰਦਰਾ ਬਦੀ ਕਰਾਉਂਦਾ ਈ। ਚਿੱਤ ਚੰਦਰਾ ਵੈਰ ਸਹੇੜ ਲੈਂਦਾ, ਚਿੱਤ ਸਬਰ ਨੂੰ ਯਾਰ ਬਣਾਉਂਦਾ ਈ। ਇਹੋ ਗੁਰੂ ਹੈ ਚਿੱਤ ਤੇ ਚਿੱਤ ਚੇਲਾ, ਚਿੱਤ ਚਿੱਤ ਨੂੰ ਸਬਕ ਪੜ੍ਹਾਉਂਦਾ ਈ। ਇਹੋ ਚਿੱਤ ਬਿਨ ਪੁੱਛਿਆਂ ਦੌੜ ਜਾਂਦਾ। ਚਿੱਤ ਦਾ ਮਤਲਬ ਮਨ, ਬਿਨਾਂ ਪੁੱਛਿਆਂ ਦੌੜ ਜਾਂਦਾ। ਬੈਠੇ ਕਿਤੇ ਹੁੰਦੇ ਆ, ਚੱਲੇ ਕਿਤੇ ਜਾਂਦਾ। ਇਹੋ ਚਿੱਤ ਬਿਨ ਪੁੱਛਿਆਂ ਦੌੜ ਜਾਂਦਾ, ਚਿੱਤ ਚਿੱਤ ਨੂੰ ਮੋੜ ਕੇ ਲਿਆਉਂਦਾ ਈ। ਇਹੋ ਚਿੱਤ ਵਖੇਪਤਾ ਕਰਨ ਵਾਲਾ, ਇਹੋ ਚਿੱਤ ਸਮਾਧੀਆਂ ਲਾਉਂਦਾ ਈ। ਇਹੋ ਜਿਹੜਾ ਚਿੱਤ ਆ ਨੇਕੀ ਦੇ ਕੰਮ ਕਰਨ ਵਾਲਾ ਵਾ। ਇਹੋ ਜਿਹੜਾ ਚਿੱਤ ਆ ਉਹ ਸਮਾਧੀਆਂ ਲਾਉਣ ਵਾਲਾ। ਇਹ ਸਾਰਾ ਕੁਝ ਤੇਰੇ ਚਿੱਤ, ਤੇਰੇ ਮਨ ਦੇ ਅਧੀਨ ਹੀ ਆ। ਇਹੋ ਚਿੱਤ ਹੀ ਇਸਤਗਫਾਰ ਪੜ੍ਹਦਾ। ਇਹ ਤੇਰਾ ਚਿੱਤ ਹੀ ਆ ਜਿਹੜਾ ਤੌਬਾ ਕਰਦਾ, ਪਰਮਾਤਮਾ ਦੇ ਕੋਲੋਂ ਮੁਆਫੀਆਂ ਮੰਗਦਾ। ਇਹੋ ਚਿੱਤ ਹੀ ਇਸਤਗਫਾਰ ਪੜ੍ਹਦਾ। ਇਹੋ ਚੋਰ ਥੀ ਕੁਤਬ ਬਣਾਉਂਦਾ ਈ। ਇਹ ਮਨ ਹੀ ਆ। ਮਨ ਬਦਲ ਜਾਵੇ ਤੇ ਬੰਦਾ ਚੋਰ ਤੋਂ ਦੂਸਰਿਆਂ ਨੂੰ ਸਿੱਖਿਆ ਦੇਣ ਵਾਲਾ ਚੰਗਾ ਇਨਸਾਨ ਬਣ ਜਾਂਦਾ। ਚਿੱਤ ਬਦਲ ਜਾਵੇ ਤੇ ਸੱਜਣ ਠੱਗ ਪ੍ਰਚਾਰਕ ਬਣ ਜਾਂਦਾ, ਗੁਰੂ ਨਾਨਕ ਸਾਹਿਬ ਦਾ ਸੇਵਕ ਬਣ ਜਾਂਦਾ।
ਇਹੋ ਚਿੱਤ ਪਿਆ ਦੌੜਦਾ ਮੱਕਿਆਂ ਨੂੰ, ਥੁੱਕੇ ਬਾਤ ਜਾਂ ਦਿਲੋਂ ਮੁਕਾਉਂਦਾਈ। ਚਿੱਤ ਚੰਦਰਾ ਸਮਝ ਦਵੈਤ ਬਹਿੰਦਾ, ਚਿੱਤ ਅੰਦਰੋਂ ਭਰਮ ਉਠਾਉਂਦਾਈ। ਚਿੱਤ ਰੱਬ ਤੋਂ ਜਾਨ ਕੁਰਬਾਨ ਕਰਦਾ, ਚਿੱਤ ਰੱਬ ਨੂੰ ਦਿਲੋਂ ਭੁਲਾਉਂਦਾਈ। ਇਹੋ ਚਿੱਤ ਵਿਛੋੜਦਾ ਯਾਰ ਨਾਲੋਂ, ਇਹੋ ਚਿੱਤ ਦਿਲਦਾਰ ਮਿਲਾਉਂਦਾਈ। ਇਹੋ ਚਿੱਤ ਪਿਆਰਿਆਂ ਲੱਭ ਲੈਂਦਾ, ਚਿੱਤ ਆਪਣੀ ਵਸਲ ਗਵਾਉਂਦਾਈ। ਇਹੋ ਚਿੱਤ 84 ਵਿੱਚ ਪਾਉਂਦਾ, ਇਹੋ ਜਨਮ ਤੇ ਮਰਨ ਮਿਟਾਉਂਦਾਈ। ਚਿੱਤ ਵੱਲ ਧਿਆਨ ਦੇ, ਆਪਣੇ ਮਨ ਵੱਲ ਧਿਆਨ ਦੇ, ਮਨ ਤੇਰੇ ਕੋਲੋਂ ਕੀ ਕੁਝ ਕਰਵਾ ਰਿਹਾ। ਚਿੱਤ ਚੰਦਰਾ ਨਬੀ ਪੈਗੰਬਰਾਂ ਨੂੰ, ਚੁੱਕ ਅਰਸ਼ ਤੋਂ ਫਰਸ਼ ਪਟਕਾਉਂਦਾਈ। ਬੁਰੇ ਕੰਮ ਤੋਂ ਦੌੜਦਾ ਚਿੱਤ ਪਾਪੀ, ਚਿੱਤ ਜਾਏ ਕੇ ਮੋੜ ਲਿਆਉਂਦਾਈ। ਚਿੱਤ ਕਰੇ ਬੇਅਕਲੀ ਕੰਮ ਯਾਰੋ, ਮਤਾਂ ਚਿੱਤ ਨੂੰ ਚਿੱਤ ਸਿਖਾਉਂਦਾਈ। ਚਿੱਤ ਉਸ ਦਾ ਵਿਗੜਿਆ ਸੌਰ ਜਾਂਦਾ, ਚਿੱਤ ਵਿਗੜਿਆ ਸੂਤ ਨਾ ਆਉਂਦਾਈ। ਜਿਹਦਾ ਮਨ ਵਿਗੜ ਜਾਵੇ ਉਹਨੂੰ ਸੁਧਾਰਨਾ ਬੜਾ ਮੁਸ਼ਕਲ। ਅੰਦਰ ਅੱਖੀਆਂ ਚਿੱਤ ਨੂੰ ਰੱਬ ਲਾਈਆਂ, ਸਭ ਇਸ ਨੂੰ ਪਿਆ ਦਸਾਉਂਦਾਈ। ਇਸ ਮਨ ਦੀਆਂ ਅੱਖਾਂ ਵੀ ਨੇ, ਬਾਹਰਲੀਆਂ ਅੱਖਾਂ ਬੰਦ ਕਰ ਲਓ, ਚਿੱਤ ਤਾਂ ਵੀ ਵੇਖ ਲੈਂਦਾ। ਜਿੱਥੇ ਮਰਜ਼ੀ ਅੱਖਾਂ ਬੰਦ ਕਰਕੇ ਵੇਖ ਲਓ, ਆਲੇ ਦੁਆਲੇ ਜਿੱਥੇ ਮਰਜ਼ੀ ਦੇਸ਼ਾਂ ਵਿਦੇਸ਼ਾਂ 'ਚ ਇਸ ਮਨ ਨੂੰ ਲੈ ਜਾਓ, ਇਹਦੀ ਸਪੀਡ ਬੜੀ ਤੇਜ਼ ਆ। ਸੋਈ ਇੰਦਰੇ ਜੀਵ ਦੇ ਕਰਮ ਕਰਦੇ, ਜਿਹੜੇ ਕੰਮ ਨੂੰ ਚਿੱਤ ਫਰਮਾਉਂਦਾਈ। ਇਹ ਮਨ ਹੀ ਸਾਡੇ ਸਰੀਰ ਦਾ ਕੰਟਰੋਲਰ ਆ। ਜਿੱਦਾਂ ਸਾਡੇ ਮਨ 'ਚੋਂ ਹੁਕਮ ਆਉਂਦਾ, ਸਾਡੇ ਇੰਦਰੇ ਉਸੇ ਤਰ੍ਹਾਂ ਹੀ ਕਰਦੇ ਨੇ, ਉਸੇ ਤਰ੍ਹਾਂ ਹੀ ਚੱਲਦੇ ਆ। ਸੋਈ ਇੰਦਰੇ ਜੀਵ ਦੇ ਕੰਮ ਕਰਦੇ, ਜਿਹੜੇ ਕੰਮ ਨੂੰ ਚਿੱਤ ਫਰਮਾਉਂਦਾਈ। ਦਇਆ ਸਿੰਘ ਸਰੀਰ ਦੇ ਵਿੱਚ ਬਾਬੂ, ਇਹੋ ਅੰਦਰੋਂ ਤਾਰ ਹਿਲਾਉਂਦਾਈ। ਇਹ ਚੇਤੀ ਆ, ਮਾਨੀ ਆ, ਜਿਹੜਾ ਕਹਿੰਦਾ ਉੱਠ ਗੁਰੂ ਦੇ ਚਰਨਾਂ 'ਚ ਜਾ ਕੇ ਬੈਠ। ਇਹ ਚੇਤੀ ਆ, ਜਿਹੜਾ ਕਹਿ ਦਿੰਦਾ ਇੰਨਾ ਚਿਰ ਹੋ ਗਿਆ ਬੈਠੇ ਨੂੰ, ਨਿਆਣੇ ਨਹੀਂ ਤਿਆਰ ਕਰਨੇ, ਕੋਈ ਸਕੂਲ ਘੱਲਣੇ, ਕੋਈ ਖੇਤੀਬਾੜੀ ਕਰਨੀ, ਕੋਈ ਹੋਰ ਕੰਮ ਵੀ ਕਰਨਾ, ਕਿ ਇੱਥੇ ਬੈਠੇ ਰਹਿਣਾ। ਚੇਤੀ ਸਾਰਾ ਕੁਝ ਕਰਦਾ, ਮਨ ਹੀ ਸਾਰਾ ਕੁਝ ਕਰਦਾ। ਮਨ ਵਿੱਚੋਂ ਚੰਗਾ ਵਿਚਾਰ ਆਉਂਦਾ, ਉਹ ਗੁਰਦੁਆਰਾ ਸਾਹਿਬ ਚੱਲ ਜਾ। ਫਿਰ ਵਿਚਾਰ ਆਉਂਦਾ, ਗੁਰਦੁਆਰਾ ਸਾਹਿਬ ਜਾ ਕੇ ਕਰਨਾ, ਘਰੇ ਤੇ ਆਵਾਜ਼ ਸੁਣਦੀ ਆ। ਚੇਤੀ ਹੈ ਸਾਰੇ ਕੰਮ ਕਰਦਾ। 34 ਸਾਲਾਂ ਦੀ ਉਮਰ 'ਚ ਨਹੀਂ ਬੰਦੇ ਦਾ ਚਿੱਤ ਟਿਕਾਣੇ ਆਉਂਦਾ। 35 ਸਾਲਾਂ ਦੀ ਉਮਰ ਹੋ ਜਾਂਦੀ ਆ। 35 ਸਾਲ ਅੰਦਰ ਪਾਵੇ ਮੋਖ ਪਦਵੀ। 35 ਸਾਲਾਂ ਦਾ ਹੋ ਗਿਆ, ਮੁਕਤੀ ਦੀ ਪਦਵੀ ਤੂੰ ਅਜੇ ਵੀ ਨਹੀਂ ਪ੍ਰਾਪਤ ਕੀਤੀ, ਮੁਕਤ ਕਿਵੇਂ ਹੋਵੇਂਗਾ। 35 ਸਾਲ ਅੰਦਰ ਪਾਵੇ ਮੋਖ ਪਦਵੀ, ਐਸਾ ਜਗ ਤੇ ਕੌਣ ਸਰੀਰ ਹੋਵੇ। ਐਸਾ ਕੌਣ ਗਮਨਾਕ ਦਿਲਦਾਰ ਯਾਰੋ, ਜਾਂਦੀ ਉਮਰ ਨੂੰ ਦੇਖ ਦਲਗੀਰ ਹੋਵੇ। ਇਹੋ ਜਿਹਾ ਕੌਣ ਆ ਜਿਹਨੂੰ ਇਹਨਾਂ ਗੱਲਾਂ ਦੀ ਸਮਝ ਆਵੇ, ਜਿਹੜਾ ਕਵੇ ਮੇਰੀ ਉਮਰ ਲੰਘਦੀ ਜਾਂਦੀ ਹੈ ਤੇ ਗਮਗੀਨ ਹੋਵੇ, ਸੋਚੇ ਇਹਦੇ ਬਾਰੇ। ਕਿਹੜਾ ਵਾਂਗ ਚਕੋਰ ਦੇ ਸ਼ਿਸਤ ਲਾਵੇ, ਅੱਗੇ ਯਾਰ ਦੀ ਧਰੀ ਤਸਵੀਰ ਹੋਵੇ। ਕਿਹੜਾ ਕੁਫਰ ਦੇ ਕੁਲਫ ਨੂੰ ਤੋੜ ਸੁੱਟੇ, ਝੂਠ ਦੇ ਜਿੰਦਰੇ ਨੂੰ ਕੌਣ ਤੋੜੇ। 35 ਸਾਲਾਂ ਦੀ ਉਮਰ ਦੇ ਵਿੱਚ ਵੀ ਨਹੀਂ ਪਤਾ। ਕਿਹੜਾ ਕੁਫਰ ਦੇ ਕੁਲਫ ਨੂੰ ਤੋੜ ਸੁੱਟੇ, ਨੂਰ ਹੱਕ ਥੀ ਰੋਸ਼ਨ ਜ਼ਮੀਰ ਹੋਵੇ। ਕਿਹੜਾ ਵਿੱਚ ਮੁਤਰਜ਼ਮਾ ਖਤ ਪਾਵੇ, ਜੀ ਦੀ ਕੁੱਲ ਬੇਨੁਕਸ ਨਫਸੀਰ ਹੋਵੇ। ਕਿਹੜਾ ਹੈ ਇਹੋ ਜਿਹਾ ਜਿਹੜਾ ਬਹੁਤ ਤਫਸੀਰ ਦੇ ਨਾਲ ਕੋਈ ਚੰਗੀਆਂ ਗੱਲਾਂ ਦਾ ਖਤ ਲਿਖ ਸਕਦਾ ਹੋਵੇ। ਕਿਹੜਾ ਵਿੱਚ ਮੁਤਰਜ਼ਮਾ ਖਤ ਪਾਵੇ, ਮੁਤਰਜ਼ਮਾ ਟਰਾਂਸਲੇਟ ਜਿਹਨੂੰ ਅਸੀਂ ਕਹਿੰਦੇ ਕਰਨਾ। ਕਿਹੜਾ ਵਿੱਚ ਮੁਤਰਜ਼ਮਾ ਖਤ ਪਾਵੇ, ਜੀ ਦੀ ਕੁੱਲ ਬੇਨੁਕਸ ਨਫਸੀਰ ਹੋਵੇ।
ਕਾਤਬ ਕੌਣ ਹੈ? ਕਿਉਂਕਿ ਗ੍ਰੰਥ ਬਹੁਤ ਪੁਰਾਣਾ, ਲੜੀਵਾਰ, ਸਾਰੇ ਅੱਖਰ ਜੁੜੇ ਹੋਏ, ਇਸ ਵਾਸਤੇ ਕਈ ਵਾਰੀ ਪੜ੍ਹਨ ਦੇ ਵਿੱਚ ਵੀ ਮੁਸ਼ਕਲ ਹੁੰਦੀ ਆ। ਕਾਤਬ ਕੌਣ ਹੈ? ਅਮਲ ਕਿਤਾਬ ਲਿਖੇ। ਇਹੋ ਜਿਹਾ ਕੌਣ ਹੈ ਲਿਖਣ ਵਾਲਾ, ਜਿਹੜਾ ਕੋਈ ਇਹੋ ਜਿਹੀ ਕਿਤਾਬ ਲਿਖੇ। ਕਾਤਬ ਕੌਣ ਹੈ? ਅਮਲ ਕਿਤਾਬ ਲਿਖੇ। ਸਾਰੀ ਗਲਤੀਆਂ ਬਿਨਾ ਤਹਿਰੀਰ ਹੋਵੇ। ਕੌਣ ਵਿੱਚ ਜਹਾਨ ਇਨਸਾਨ ਜਾਰੋ, ਜਿਹਦੀ ਖੁਲਕ ਸੇ ਭਰੀ ਤਕਰੀਰ ਹੋਵੇ। ਇਹੋ ਜਿਹਾ 35 ਸਾਲਾਂ ਦੇ ਵਿੱਚ ਕੋਈ ਵਿਰਲਾ ਟਾਵਾਂ ਹੀ ਹੋਣਾ ਜਿਹਦੇ 'ਚ ਸ਼ੁਭ ਗੁਣ ਹੋਣ, ਨਹੀਂ ਤੇ ਕੋਈ ਵਿਰਲਾ ਟਾਵਾਂ ਹੀ ਰੱਬ ਦਾ ਪਿਆਰਾ ਹੁੰਦਾ। ਕਿਹੜਾ ਵਿੱਚ ਗ੍ਰਸਤੀਆਂ ਅਜਬ ਜੋੜਾ, ਲੋਈ ਵਾਂਗ ਤੇ ਭਗਤ ਕਬੀਰ ਹੋਵੇ। ਕੋਈ ਲੱਭੋ ਖਾਂ 35 ਸਾਲਾਂ ਦੀ ਉਮਰ 'ਚ ਇਹੋ ਜਿਹਾ ਜੋੜਾ, ਇਹੋ ਜਿਹੀ ਪਤੀ ਪਤਨੀ ਜਿਹੜੇ ਬਾਬਾ ਕਬੀਰ ਸਾਹਿਬ ਤੇ ਮਾਤਾ ਲੋਈ ਵਰਗਾ ਜਿਨ੍ਹਾਂ ਦਾ ਜੀਵਨ ਹੋਵੇ। ਨਹੀਂ, ਇਹੋ ਜਿਹਾ ਜੀਵਨ ਕਿੱਥੇ ਆ? 35 ਸਾਲਾਂ ਦੀ ਉਮਰ ਹੋ ਗਈ ਹੈ, ਸ਼ੁਭ ਗੁਣ ਨਹੀਂ ਲੱਭਦੇ। ਇੱਥੇ ਤੇ ਸਾਡੇ ਪੰਜਾਬ 'ਚ ਡੀਜੇ ਲਾ ਕੇ, ਗੰਦੇ ਗੀਤ ਲਾ ਕੇ, ਨਾਲ ਹੀ ਮਾਂ ਨੱਚੀ ਜਾਂਦੀ ਆ, ਨਾਲ ਹੀ ਉਹਦੀ ਨੌਜਵਾਨ ਧੀ ਨੱਚੀ ਜਾਂਦੀ ਆ, ਨਾਲ ਹੀ ਆਂਢੀ ਗੁਆਂਢੀ ਮੁੰਡੇ ਨੱਚੀ ਜਾਂਦੇ ਆ। ਕਈ ਵਾਰੀ ਅੱਜ ਕੱਲ੍ਹ ਲੋਕ ਸਟੇਟਸ ਵਗੈਰਾ ਲਾ ਲੈਂਦੇ ਆ ਮੋਬਾਈਲ ਦੇ ਉੱਤੇ, ਅਤੇ ਜਿਹੜੀ ਘਰ ਦੀ ਵੱਡੀ ਬਜ਼ੁਰਗ ਮਾਂ ਵਾ ਨਾ, ਮਾਤਾ ਜਿਹਨੇ ਸਾਰਿਆਂ ਨੂੰ ਅਕਲ ਦੇਣੀ ਆ, ਉਹ ਵੀ ਗੇੜਾ ਦਿੰਦੀ ਆਉਂਦੀ, ਉਹ ਵੀ ਵਿੱਚੇ ਰਲ ਜਾਂਦੀ ਆ, ਅਤੇ ਉਹ ਵੀ ਮੁੰਡਿਆਂ ਦੇ ਹੱਥ ਫੜ ਕੇ ਉਹ ਵੀ ਨੱਚਣ ਲੱਗ ਜਾਂਦੀ ਆ। ਸ਼ੁਭ ਗੁਣ ਤਾਂ ਸਾਡੇ ਵਿੱਚ ਰਹੇ ਹੀ ਨਹੀਂ। ਸ਼ੁਭ ਗੁਣ 35 ਸਾਲਾਂ ਦੀ ਉਮਰ ਹੋ ਜਾਂਦੀ ਆ। ਕਿਹੜਾ ਵਿੱਚ ਗ੍ਰਸਤੀਆਂ ਅਜਬ ਜੋੜਾ, ਲੋਈ ਵਾਂਗ ਤੇ ਭਗਤ ਕਬੀਰ ਹੋਵੇ। ਸਮਝੇ ਏਕਤਾ ਛੋੜ ਕੇ ਪੱਖਵਾਦੀ, ਸੱਚੇ ਰੱਬ ਦਾ ਕੋਈ ਫਕੀਰ ਹੋਵੇ। ਕੱਢੋ ਮੈਲ ਵਖੇਪਤਾ ਦੂਰ ਸਾਰੀ, ਨਿਰਮਲ ਕੌਣ ਜੋ ਗੰਗਾ ਦਾ ਨੀਰ ਹੋਵੇ। ਜਿਸ ਦੇ ਚੁੰਗਿਆਂ ਸੂਰਮਾ ਭਗਤ ਹੋਵੇ, ਕਿਹੜੀ ਸੰਤਨੀ ਮਾਂ ਦਾ ਸ਼ੀਰ ਹੋਵੇ। ਸ਼ੀਰ ਦਾ ਅਰਥ ਹੁੰਦਾ ਦੁੱਧ। ਇਹੋ ਜਿਹੀ ਕਿਹੜੀ ਸ਼ੇਰਨੀ ਮਾਂ ਵਾ ਜਿਹਦਾ ਦੁੱਧ ਚੁੰਗ ਕੇ ਅਤੇ ਉਹਦਾ ਜਿਹੜਾ ਬੱਚਾ ਸੂਰਮਾ ਬਣੇ, ਉਹਦਾ ਜਿਹੜਾ ਬੱਚਾ ਵਾ ਭਗਤ ਬਣੇ। 35 ਸਾਲਾਂ ਦੀ ਉਮਰ ਦੀ ਗੱਲ ਕਰ ਰਹੇ ਆ। ਇਹੋ ਜਿਹੀਆਂ ਮਾਵਾਂ ਨਹੀਂ ਲੱਭਦੀਆਂ। ਮਾਵਾਂ ਨਿਆਣਿਆਂ ਨੂੰ ਚੁੱਪ ਕਰਾਉਣ ਵਾਸਤੇ ਮੋਬਾਇਲ ਦੇ ਦਿੰਦੀਆਂ, ਲੈ ਪੁੱਤਰ ਵੇਖੀ ਜਾਓ, ਯੂਟਿਊਬ 'ਤੇ ਗੀਤ ਵੇਖੀ ਜਾਂਦਾ, ਗੇਮਾਂ ਖੇਡੀ ਜਾਂਦਾ। ਅੱਖਾਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਆ, ਦਿਮਾਗ ਡਿਵੈਲਪ ਹੋਣਾ ਬੰਦ ਹੋ ਜਾਂਦਾ। ਉਹ ਬੱਚਾ ਇਮੈਜੀਨੇਸ਼ਨ ਦੀ ਦੁਨੀਆ 'ਚ ਚਲੇ ਜਾਂਦਾ। ਨਿਆਣੇ ਨੂੰ ਪਤਾ ਕੁਛ ਨਹੀਂ ਲੱਗਦਾ ਸੂਰਮੇ ਕਿੱਥੋਂ ਪੈਦਾ ਹੋਣੇ ਆ। ਬਹੁਤ ਮੁਸ਼ਕਿਲ ਹੋ ਗਈਆਂ ਚੀਜ਼ਾਂ, ਸੱਚੀਆਂ ਨੇ। ਅਸੀਂ ਲੋਕਾਂ ਦੇ ਘਰਾਂ 'ਚ ਵੇਖਦੇ ਹਾਂ। ਵਾਰ-ਵਾਰ ਮੈਨੂੰ ਉਹ ਘਟਨਾਵਾਂ ਦਾ ਫਿਰ ਜ਼ਿਕਰ ਕਰਨਾ ਪੈਂਦਾ। ਚੰਡੀਗੜ੍ਹ ਦੇ ਵਿੱਚ ਇੱਕ ਘਰ 'ਚ ਛੋਟਾ ਜਿਹਾ ਬੱਚਾ ਪੈਦਾ ਹੋਇਆ ਅਤੇ ਮੈਨੂੰ ਕਹਿੰਦੇ ਜੀ ਇਹਨੂੰ ਆਣ ਕੇ ਅੰਮ੍ਰਿਤ ਛਕਾ ਜੋ, ਜੋ ਵੀ ਪਾਠ ਪੜ੍ਹ ਕੇ ਅਤੇ ਮਰਿਆਦਾ ਕਰਦੇ ਆ। ਮੈਂ ਗਿਆ, ਉਹ ਸਾਰਾ ਹੋਇਆ। ਫਿਰ ਕਹਿੰਦੇ ਜੀ ਜਿਹੜਾ ਸਾਡਾ ਵੱਡਾ ਬੱਚਾ ਨਾ 5-7 ਸਾਲਾਂ ਦਾ, ਇਹ ਰਾਤ ਨੂੰ ਅੱਬੜਵਾਇਆ ਉੱਠ ਪੈਂਦਾ ਅਤੇ ਬੋਲਣ ਲੱਗ ਜਾਂਦਾ। ਇੱਕ ਤਰੀਕਾ ਤਾਂ ਇਹ ਸੀ ਵੀ ਮੈਂ ਕਹਿੰਦਾ ਜੋ ਤੁਸੀਂ ਨਾ ਸ਼ਬਦ ਪੜ੍ਹ ਲਿਆ ਕਰੋ, ਤਾਤੀ ਵਾਓ ਨਾ ਲਾਗੀ ਵਾਲਾ ਠੀਕ ਹੋ ਜੂ। ਪਰ ਇਹ ਕੋਈ ਗੱਲ ਨਹੀਂ ਸੀ, ਉਹਦਾ ਨਾਲ ਠੀਕ ਨਹੀਂ ਸੀ ਹੋਣਾ। ਮੈਂ ਪੁੱਛਿਆ ਵੀ ਇਹ ਜਿਹੜਾ ਬੱਚਾ ਇਹਦਾ ਦਿਨ ਕਿੱਦਾਂ ਬੀਤਦਾ। ਉਹ ਜਿਹੜੀ ਉਹਦੀ ਮਾਂ ਸੀ ਨਾ, ਉਹ ਇੰਗਲਿਸ਼ ਨਿਊਜ਼ ਦਿੰਦੀ ਸੀ, ਅੰਗਰੇਜ਼ੀ 'ਚ TV ਚੈਨਲ 'ਤੇ ਖਬਰਾਂ ਦਿੰਦੀ ਸੀ। ਮੈਂ ਕਿਹਾ ਭੈਣ ਜੀ ਤੁਹਾਡਾ ਤਾਂ ਫਿਰ ਟਾਈਮ ਨਹੀਂ ਲੱਗਦਾ ਹੋਣਾ ਬੱਚੇ ਨਾਲ ਟਾਈਮ ਸਪੈਂਡ ਕਰਨ ਦਾ, ਬੱਚੇ ਨਾਲ ਤੁਸੀਂ ਸਮਾਂ ਨਹੀਂ ਬਿਤਾਉਂਦੇ। ਕਹਿੰਦੇ ਨਹੀਂ, ਮੈਂ ਤਾਂ ਪਹਿਲਾਂ ਸਾਰੀਆਂ ਅਖਬਾਰਾਂ ਫਰੋਲਦੀ ਹਾਂ, ਬਾਅਦ 'ਚ ਫਿਰ ਮੈਂ ਜਾ ਕੇ ਖਬਰਾਂ ਦਿੰਦੀ ਹਾਂ, ਮੇਰਾ ਟਾਈਮ ਨਹੀਂ ਲੱਗਦਾ। ਫਿਰ ਮੈਂ ਕਿਹਾ ਜੀ ਤੁਸੀਂ ਕੀ ਕਰਦੇ ਹੋ? ਕਹਿੰਦੇ ਅਸੀਂ ਇਹਨੂੰ ਕਾਰਟੂਨ ਪੈਕ ਐਕਟਿਵ ਕਰਾ ਕੇ ਦਿੱਤਾ ਅਤੇ ਸਾਡੇ ਘਰ 'ਚ TV 'ਚ ਸਾਰੇ ਕਾਰਟੂਨਾਂ ਦੇ ਚੈਨਲ ਚੱਲਦੇ ਆ। ਇਹ ਸਾਰਾ ਦਿਨ ਬੈਠਾ ਫਿਰ ਕਾਰਟੂਨ ਵੇਖਦਾ ਰਹਿੰਦਾ। ਜਦੋਂ ਉੱਧਰੋਂ ਮਨ ਅੱਕ ਜਾਵੇ ਫਿਰ ਇਹ ਮੋਬਾਇਲ ਨਾਲ ਖੇਡ ਲੈਂਦਾ। ਅਤੇ ਮੈਂ ਕਿਹਾ ਜੀ ਫਿਰ ਇਹਨੇ ਰਾਤ ਨੂੰ ਅੱਬੜਵਾਏ ਉੱਠਣਾ। ਕਦੇ ਕਿਸੇ ਕਾਰਟੂਨ ਦੇ ਉੱਤੋਂ ਦੀ ਗੱਡੀ ਲੰਘ ਜਾਂਦੀ ਆ, ਉਹ ਫਿਰ ਉੱਠ ਕੇ ਖੜ੍ਹਾ ਹੋ ਜਾਂਦਾ। ਕਦੇ 2 ਬੰਦੇ ਉਹਨੂੰ ਫੜ ਕੇ ਖਿੱਚਦੇ ਆ, ਉਹ ਛੱਡਦੇ, ਫਿਰ ਉਹ ਇਕੱਠਾ ਹੋ ਜਾਂਦਾ। ਪੁੱਠੀਆਂ ਸਿੱਧੀਆਂ ਚੀਜ਼ਾਂ ਜੋ ਤੁਹਾਡਾ ਨਾਨਾ TV 'ਚ ਵੇਖਦਾ, ਉਹ ਸਾਰਾ ਕੁਝ ਇਸ ਵਿਚਾਰੇ ਦੇ ਕੋਮਲ ਮਨ ਦੇ ਉੱਤੇ, ਇਹਦੇ ਦਿਮਾਗ 'ਚ ਫੀਡ ਹੋਈ ਜਾਂਦਾ। ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਉਸੇ ਤਰ੍ਹਾਂ ਭਟਕਦਾ ਰਹਿੰਦਾ ਅਤੇ ਇਹਨੇ ਅੱਬੜਵਾਏ ਉੱਠਣਾ। ਜਦੋਂ ਹਾਲਾਤ ਇਹੋ ਜਿਹੇ ਹਨ ਅਤੇ ਜਦੋਂ ਮਾਂ ਨੇ ਰੀਲਾਂ ਪਾਉਣੀਆਂ ਅਤੇ ਸਟੇਟਸ ਲਾਉਣੇ ਆ ਅਤੇ ਆਪਣਾ ਆਪ ਵਿਖਾਉਣਾ,
ਪਹਿਲੇ ਸਮੇਂ 'ਚ ਤੁਹਾਨੂੰ ਪਤਾ ਸਾਡੀਆਂ ਧੀਆਂ ਭੈਣਾਂ ਤੇ ਉਹਨਾਂ ਨੇ ਸਿਰ 'ਤੇ ਚੁੰਨੀ ਲੈਣੀ, ਵੱਡਿਆਂ ਦਾ ਸਤਿਕਾਰ ਕਰਨਾ ਵੀ ਨਹੀਂ ਮੇਰੇ ਪਿਤਾ ਜੀ ਹਨ, ਮੇਰੀ ਮਾਂ ਵਾ, ਮੇਰਾ ਵੱਡਾ ਭਰਾ, ਮੈਨੂੰ ਕੀ ਆਖੂਗਾ। ਅੱਜ ਦੇ ਸਮੇਂ 'ਚ ਨੰਗੇ ਸਿਰ ਤੇ ਸਾਡੀਆਂ ਧੀਆਂ ਭੈਣਾਂ ਮੋਬਾਈਲਾਂ ਦੇ ਉੱਤੇ ਲੋਕਾਂ ਨੂੰ ਆਪਣਾ ਆਪ ਵਿਖਾਉਂਦੀਆਂ ਪਈਆਂ, ਤੇ ਉਹਨਾਂ ਤੋਂ ਫਿਰ ਬੱਚੇ ਸੂਰਮੇ ਕਿੱਥੇ ਪੈਦਾ ਹੋਣੇ ਆ। ਸਾਰੀ ਜਨਰੇਸ਼ਨ ਹੀ ਵਿਗੜ ਗਈ ਆ। ਕੱਢੋ ਮੈਲ ਵਖੇਵਤਾ ਦੂਰ ਸਾਰੀ, ਨਿਰਮਲ ਕੌਣ ਜੋ ਗੰਗਾ ਦਾ ਨੀਰ ਹੋਵੇ। ਲੋਕੀ ਵੇਖਦੇ ਆ ਤੁਹਾਡੀਆਂ ਫੋਟੋਆਂ, ਤਸਵੀਰਾਂ, ਤੁਹਾਡੀਆਂ ਵੀਡੀਓ, ਤੁਹਾਡੀਆਂ ਰੀਲਾਂ, ਤੁਸੀਂ ਕੀ ਕਰਦੇ ਹੋ। ਫਿਰ ਪਿੰਡ 'ਚ ਗੱਲਾਂ ਛਿੜਦੀਆਂ, ਫਲਾਣੇ ਦੀ ਨੂੰਹ ਆ, ਇਹ ਫਲਾਣਿਆਂ ਦੀ ਕੁੜੀ ਆ ਜਿਹਦੀ ਰੀਲਾਂ ਨਹੀਂ ਪਾਉਂਦੀ ਰਹਿੰਦੀ, ਇਹ ਵਿਦੇਸ਼ 'ਚ ਗਈ ਆ। ਕੋਈ ਨਵਾਂ ਕੋਟ ਲੈ ਲਓ ਤਾਂ ਚੁੱਕ ਰੀਲ, ਕੋਈ ਨਵਾਂ ਸੂਟ ਪਾ ਲਓ ਨਾਲ ਗੀਤ ਲਾ ਲੈਂਦੀਆਂ, ਨਾਲ ਤੁਰੀਆਂ ਜਾਂਦੀਆਂ। ਤੇ ਉਹ ਕੀ ਅਸੀਂ ਨੁਮਾਇਸ਼ ਕਰ ਰਹੇ ਹਾਂ ਲੋਕਾਂ ਦੇ 'ਚ ਆਪਣੀ। ਕੱਢੋ ਮੈਲ ਵਖੇਪਤਾ ਦੂਰ ਸਾਰੀ, ਨਿਰਮਲ ਕੌਣ ਜੋ ਗੰਗਾ ਦਾ ਨੀਰ ਹੋਵੇ। ਜਿਸ ਦੇ ਚੁੰਗਿਆਂ ਸੂਰਮਾ ਭਗਤ ਹੋਵੇ, ਕਿਹੜੀ ਸੰਤਨੀ ਮਾਂ ਦਾ ਸ਼ੀਰ ਹੋਵੇ। ਗੁਰਬਾਣੀ ਵਿੱਚ ਵੀ ਬਹੁਤ ਕੁਝ ਲਿਖਿਆ ਹੋਇਆ। ਰਾਮਚੰਦ ਦੀ ਆਗਿਆ ਸਤ ਮੰਨੇ, ਲਛਮਣ ਜਤੀ ਦੇ ਨਾਲ ਦਾ ਵੀਰ ਹੋਵੇ। ਲਛਮਣ ਜਤੀ ਵਰਗੇ ਭਰਾ ਕਿੱਥੇ ਲੱਭਦੇ ਆ। ਨਾ ਤੇ ਰਾਮਚੰਦ ਜੀ ਵਰਗੇ ਹਨ ਤੇ ਨਾ ਲਛਮਣ ਵਰਗੇ ਲੱਭਦੇ ਨੇ। ਰਾਮਚੰਦ ਦੀ ਆਗਿਆ ਸਤ ਮੰਨੇ, ਪਹਿਲਾਂ ਜਿਹੜਾ ਜ਼ਿਕਰ ਆਇਆ ਗੁਰਬਾਣੀ ਦੇ ਵਿੱਚ, ਜ਼ਿਕਰ ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ। ਪਹਿਲੇ ਪਿਆਰ ਲੱਗਾ ਥਣ ਦੁੱਧ। ਬੱਚੇ ਦਾ ਆਪਣੀ ਮਾਂ ਨਾਲ ਤਾਂ ਹੀ ਪਿਆਰ ਬਣਨਾ, ਮਾਂ ਨੂੰ ਆਪਣੀ ਗੋਦੀ 'ਚ ਲੈ ਕੇ ਬੈਠੇ, ਉਹਨੂੰ ਲੋਰੀਆਂ ਸੁਣਾਵੇ, ਗੁਰਬਾਣੀ ਦਾ ਪਾਠ ਸੁਣਾਵੇ, ਗੁਰਬਾਣੀ ਦੇ ਸ਼ਬਦ ਸੁਣਾਵੇ, ਉਹਨੂੰ ਆਪਣਾ ਦੁੱਧ ਪਿਲਾਵੇ। ਮਾਵਾਂ ਵੀ ਦੂਰ ਹੋਈ ਜਾਂਦੀਆਂ ਤੇ ਬੱਚੇ ਤਾਂ ਦੂਰ ਹੋਣੇ ਹੀ ਨੇ। ਮੁੜ ਕੇ ਕਹਿੰਦੇ ਜੀ ਸਾਡੀ ਕੋਈ ਕਦਰ ਨਹੀਂ ਕਰਦਾ, ਸਾਨੂੰ ਕੋਈ ਪੁੱਛਦਾ ਨਹੀਂ ਆ, ਸਾਡੇ ਨਾਲ ਗੱਲ ਵੀ ਨਹੀਂ ਕਰਦਾ। ਜਿੰਨਾ ਕੁ ਪਿਆਰ ਤੁਸੀਂ ਦਿੱਤਾ ਉਹਨਾਂ ਕੀ ਬਾਅਦ 'ਚ ਫਿਰ ਬੱਚਿਆਂ ਨੇ ਦੇਣਾ। ਅਸੀਂ ਉਹ ਨਿੱਕੇ ਨਿੱਕੇ ਨਿਆਣਿਆਂ ਨੂੰ ਨਿੱਪਲਾਂ 'ਚ ਸ਼ੀਸ਼ੀਆਂ 'ਚ ਦੁੱਧ ਪਿਆ ਪਿਆ ਦੇ ਦਿੰਦੇ, ਤੇ ਮੱਖੀਆਂ ਬਹਿੰਦੀਆਂ, ਕਈ ਤਰ੍ਹਾਂ ਦੇ ਕੀਟਾਣੂ, ਨਿਆਣੇ ਬਿਮਾਰ ਹੁੰਦੇ ਆ, ਤੇ ਬੀਬੀਆਂ ਨੂੰ ਬ੍ਰੈਸਟ ਕੈਂਸਰ ਤੱਕ ਹੋ ਜਾਂਦਾ। ਕਈ ਤਰ੍ਹਾਂ ਦੀਆਂ ਪ੍ਰੋਬਲਮਾਂ। ਇੱਕ ਮੈਡੀਕਲ ਦਾ ਵਿਸ਼ਾ, ਕਿਉਂਕਿ ਮੈਂ ਉਹਦੇ ਨਾਲ ਟੱਚ ਰਿਹਾ ਮੈਡੀਕਲ ਦੇ ਵਿਸ਼ੇ ਨਾਲ, ਤੇ ਤਾਂ ਕਰਕੇ ਇੱਦਾਂ ਦੀ ਮੈਂ ਗੱਲ ਕਰ ਲੈਂਦਾ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਹੋ ਰਿਹਾ ਸਾਡੇ ਸਮਾਜ 'ਚ। ਜਿਸ ਦੇ ਚੁੰਗਿਆਂ ਸੂਰਮਾ ਭਗਤ ਹੋਵੇ, ਕਿਹੜੀ ਸੰਤਨੀ ਮਾਂ ਦਾ ਸ਼ੀਰ ਹੋਵੇ। ਰਾਮਚੰਦ ਦੀ ਆਗਿਆ ਸਤ ਮੰਨੇ, ਲਛਮਣ ਜਤੀ ਦੇ ਨਾਲ ਦਾ ਵੀਰ ਹੋਵੇ। ਕਿਹੜਾ ਪੁਰਸ਼ ਗੁਨਾਹ ਦੀ ਕਸਮ ਖਾਵੇ, ਕੱਢੀ ਨੱਕ ਦੇ ਨਾਲ ਲਕੀਰ ਹੋਵੇ। ਕਿਹੜਾ ਤਖਤ ਹਜ਼ਾਰੇ ਮੇ ਚਾਕ ਜੰਮੇ, ਕਿਹੜੀ ਝੰਗ ਸਿਆਲ ਦੀ ਹੀਰ ਹੋਵੇ। ਉੱਚੇ ਸੁੱਚੇ ਆਚਰਣ ਉਹ ਖਤਮ ਹੁੰਦੇ ਜਾ ਰਹੇ ਹਨ। ਕਿਸੇ ਵੀ ਕਵੀ ਪੁਰਸ਼ ਦੀਆਂ ਜਿਹੜੀਆਂ ਉਡਾਰੀਆਂ ਬਹੁਤ ਉੱਚੀਆਂ ਹੁੰਦੀਆਂ ਨੇ, ਅਸੀਂ ਪ੍ਰੋਪਰ ਉਹਨੂੰ ਨਹੀਂ ਸਮਝ ਸਕਦੇ। ਸਾਧੂ ਦਇਆ ਸਿੰਘ ਆਰਫ, ਉਹਨਾਂ ਨੇ ਸਾਰਾ ਕੁਝ ਕਦੋਂ ਲਿਖਿਆ, ਕਿਵੇਂ ਲਿਖਿਆ, ਉਹ ਕਿਵੇਂ ਦੇ ਹਾਲਾਤ ਸਨ, 100 ਸਾਲ ਪਹਿਲਾਂ ਦੀ ਗੱਲ ਆ। ਇਸ ਵਾਸਤੇ ਅੱਜ ਦੇ ਸਮੇਂ ਦੇ ਨਾਲ ਸਾਰੀਆਂ ਵਿਚਾਰਾਂ, ਸਾਰੀਆਂ ਉਦਾਹਰਨਾਂ ਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ, ਜਾਂ ਕਹਿ ਲਓ ਵੀ ਸਾਡੀ ਓਨੀ ਵੱਡੀ ਸਮਝ ਨਹੀਂ ਹੁੰਦੀ। ਅਤੇ ਤਾਂ ਕਰਕੇ ਸਾਨੂੰ ਇਹ ਕਈ ਵਾਰੀ ਚੀਜ਼ਾਂ ਜਿਹੜੀਆਂ ਓਪਰੀਆਂ ਲੱਗਦੀਆਂ ਵੀ ਇਹ ਕੀ ਲਿਖ ਦਿੱਤਾ, ਕਿਵੇਂ ਲਿਖ ਦਿੱਤਾ ਹੈ। ਤੋ ਸਾਧ ਸੰਗਤ ਜੀ ਲਿਖਦੇ ਹਨ ਕਵੀ ਜੀ, ਕੀ ਦੀ ਦੋਸਤੀ ਦਿਲਬਰਾਂ ਆਸ਼ਕਾਂ ਦੀ, ਨਿਭ ਗਈ ਵਾਂਗਰਾ ਬਦਰੇ ਮੁਨੀਰ ਹੋਵੇ। ਇਹ ਹੁਣ ਸਾਰੀਆਂ ਸਾਖੀਆਂ ਨੇ। ਬਦਰੇ ਮੁਨੀਰ, ਐਸਾ ਕੌਣ ਜਹਾਨ ਤੇ ਦਰਦ ਵਾਲਾ, ਮੇਰੇ ਸੁਖਨ ਦੀ ਜਲਦ ਤਾਸੀਰ ਹੋਵੇ। ਕਿਹੜਾ ਪੁਰਸ਼ ਤਕਦੀਰ ਤੇ ਰਹੇ ਰਾਜੀ, ਦਿੱਤੀ ਆਪਣੀ ਛੱਡ ਤਕਬੀਰ ਹੋਵੇ। ਕਿਹੜਾ ਸਬਰ ਤੇ ਸ਼ੁਕਰ ਨੂੰ ਪਕੜ ਛੱਡੇ, ਖਾਲੀ ਦੌਲਤੋਂ ਪਾਸ ਅਕਸੀਰ ਹੋਵੇ। ਕੋਈ ਵਿਰਲੇ ਹੀ ਹਨ ਸ਼ੁਭ ਗੁਣਾਂ ਵਾਲੇ। ਐਸਾ ਕੌਣ ਜਹਾਨ ਤੇ ਸਿਦਕ ਵਾਲਾ, ਆਖੇ ਸ਼ੁਕਰ ਤੇ ਵਗੀ ਤਕਦੀਰ ਹੋਵੇ। ਇਬਰਾਹਿਮ ਦੇ ਵਾਂਗਰਾਂ ਕੌਣ ਯਾਰੋ,
ਲਖਤੇ ਜਿਗਰ ਦੇ ਹੱਕ ਤਕਬੀਰ ਹੋਵੇ। ਐਸਾ ਕੌਣ ਜਹਾਨ ਤੇ ਦਇਆ ਸਿੰਘਾ, ਜਿਸ ਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ। ਇੰਨੀ ਉਮਰ ਲੰਘ ਜਾਂਦੀ ਆ, ਪਰ ਜਿਹੜੇ ਸ਼ੁਭ ਗੁਣ ਉਹ ਜ਼ਿੰਦਗੀ ਵਿੱਚ ਨਹੀਂ ਆਉਂਦੇ। 36 ਸਾਲਾਂ ਦਾ ਹੋ ਜਾਂਦਾ ਬੰਦਾ। 36 ਸਾਲ ਅੰਦਰ ਮੈਨੂੰ ਮਾਰ ਛੱਡੇ, ਐਸਾ ਜਗ ਤੇ ਕੌਣ ਇਨਸਾਨ ਹੋਵੇ। ਤਾਰਕ ਹਿਰਸ ਪਰ ਇਸ਼ਕ ਦੇ ਵਿੱਚ ਰੱਤਾ, ਫਾਨੀ ਜਾਣਿਆ ਦਿਲੋਂ ਜਹਾਨ ਹੋਵੇ। ਕਿਹੜਾ ਪੁਰਸ਼ ਹੈ ਸਬਰ ਤੇ ਸ਼ੁਕਰ ਵਾਲਾ, ਖਾਲੀ ਦੌਲਤੋਂ ਪਾਸ ਇਮਾਨ ਹੋਵੇ। ਜਿਹੜਾ ਵਿਸ਼ੇ ਵਿਕਾਰ ਤਿਆਗ ਦੇਵੇ, ਖੂਬਸੂਰਤ ਉਹ ਮਰਦ ਜਵਾਨ ਹੋਵੇ। ਕਿਹੜਾ ਮੋਰ ਧੁਜ ਵਾਂਗਰਾ ਬਣੇ ਦਾਤਾ, ਲਖਤੇ ਜਿਗਰ ਦਾ ਵੱਢ ਕੇ ਦਾਨ ਹੋਵੇ। ਕਿਹੜਾ ਏਕਤਾ ਸਮਝਦਾ ਮਜਬ ਹੋਵੇ, ਇੱਕ ਸਮਝਿਆ ਰਾਮ ਰਹਿਮਾਨ ਹੋਵੇ। ਮੋਰ ਧੁਜ, ਇਹਦੀ ਹੁਣ ਅਲੱਗ ਤੋਂ ਸਾਖੀ ਪੜ੍ਹਨੀ ਪਏਗੀ ਤਾਂ ਸਾਨੂੰ ਇਹ ਸਾਰੀ ਗੱਲ ਸਮਝ 'ਚ ਆਵੇਗੀ, ਗ੍ਰੰਥ ਪੜ੍ਹਨੇ ਪੈਣਗੇ। ਕਿਹੜਾ ਏਕਤਾ ਸਮਝਦਾ ਮਜਬ ਹੋਵੇ, ਇੱਕ ਸਮਝਿਆ ਰਾਮ ਰਹਿਮਾਨ ਹੋਵੇ। ਪਾਲੇ ਕੌਣ ਜਹਾਨ ਤੇ ਵਫਾਦਾਰੀ, ਦਿਲਬਰ ਯਾਰ ਤੋਂ ਜਾਨ ਕੁਰਬਾਨ ਹੋਵੇ। ਕਿਹੜਾ ਜਗਤ ਸਰਾਂ ਦੇ ਵਿੱਚ ਯਾਰੋ, ਸਮਝਿਆ ਆਪ ਨੂੰ ਦਿਲੋਂ ਮਹਿਮਾਨ ਹੋਵੇ। ਐਸਾ ਕੌਣ ਤਟ ਤੀਰਥਾਂ ਜਾਣ ਬਾਝੋਂ, ਗੰਗਾ ਗਿਆਨ ਦੇ ਵਿੱਚ ਇਸ਼ਨਾਨ ਹੋਵੇ। ਕਿਹੜਾ ਵਾਂਗ ਚਕੋਰ ਦੇ ਸ਼ਿਸਤ ਲਾਵੇ, ਅੱਗੋਂ ਸਮਝਿਆ ਯਾਰ ਨਿਸ਼ਾਨ ਹੋਵੇ। ਇਹੋ ਜਿਹਾ ਕੌਣ ਆ ਜਿਹੜਾ ਕਹੇ ਵੀ ਮੈਂ ਤੇ ਗੁਰੂ ਦੇ ਗਿਆਨ 'ਚ ਇਸ਼ਨਾਨ ਕਰਨਾ, ਮੈਨੂੰ ਹੋਰ ਕਿਤੇ ਵੀ ਤੀਰਥਾਂ ਸਰੋਵਰਾਂ ਆਦਿਕ ਕਿਤੇ ਜਾਣ ਦੀ ਲੋੜ ਨਹੀਂ ਆ। ਕਿਹੜੀ ਇਸਤਰੀ ਪਤੀ ਨੂੰ ਰਾਮ ਜਾਣੇ। 36 ਸਾਲਾਂ ਦੀ ਉਮਰ 'ਚ ਕਿਹੜੀ ਇਸਤਰੀ ਹੈ ਜਿਹੜੀ ਆਪਣੇ ਘਰ ਵਾਲੇ ਨੂੰ ਰਾਮ ਚੰਦਰ ਵਾਂਗੂ ਉਹਦਾ ਸਤਿਕਾਰ ਕਰਦੀ ਹੋਵੇ। ਦੋਵੇਂ ਪਾਸਿਓਂ ਘੱਟ ਕੋਈ ਵੀ ਨਹੀਂ ਆ। ਉਹ ਵੀ ਭੈੜੇ ਸ਼ਬਦ ਬੋਲਦੇ, ਇੱਕ ਦੂਜੇ ਨਾਲ ਲੜਾਈਆਂ ਝਗੜੇ ਕਰਦੇ ਆ। ਸ਼ੁਭ ਗੁਣ ਘਟ ਗਏ, ਤਾਂ ਹੀ ਕਰਕੇ ਰਿਸ਼ਤੇ ਟੁੱਟਦੇ ਜਾ ਰਹੇ ਹਨ। ਕਿਹੜੀ ਇਸਤਰੀ ਪਤੀ ਨੂੰ ਰਾਮ ਜਾਣੇ, ਸੀਤਾ ਵਾਂਗਰਾ ਪਤੀ ਪਛਾਣ ਹੋਵੇ। ਕਿਹੜਾ ਪੁਰਸ਼ ਜਹਾਨ ਤੇ ਬ੍ਰਹਮ ਗਿਆਨੀ, ਜਿਸ ਨੂੰ ਬ੍ਰਹਮ ਦਾ ਬ੍ਰਹਮ ਗਿਆਨ ਹੋਵੇ। ਕਿਹੜਾ ਕਰੇ ਫਰੋਖਤਾ ਸੱਚ ਸੌਦਾ, ਖੁੱਲੀ ਧਰਮ ਦੀ ਸਦਾ ਦੁਕਾਨ ਹੋਵੇ। ਮੋਮਨ ਕੌਣ ਸਾਧਕ ਰੱਖੇ ਰੋਜ਼ ਰੋਜ਼ਾ, ਸਮਝੀ ਜ਼ਿੰਦਗੀ ਮਿਸਲ ਰਮਜ਼ਾਨ ਹੋਵੇ। ਹਿੰਦੂ ਕੌਣ ਜੋ ਹੰਗਤਾ ਮਾਰ ਛੱਡੇ, ਮੋਮਨ ਚਿੱਤ ਵਾਲਾ ਮੁਸਲਮਾਨ ਹੋਵੇ। ਕਿਹੜਾ ਪਾਏ ਕੇ ਬਾਤ ਛਪਾਉਣ ਵਾਲਾ, ਖੜਾ ਉਸ ਦਰਬਾਰ ਦਰਵਾਨ ਹੋਵੇ। ਦਇਆ ਸਿੰਘ ਵੈਰਾਗ ਦੇ ਵਿੱਚ ਜਲਿਆ, ਮੇਰੇ ਵਾਂਗਰਾਂ ਉਮਰ ਜਵਾਨ ਹੋਵੇ। ਇੱਥੇ ਕਵੀ ਜੀ ਕਹਿੰਦੇ ਆ ਇਸ ਪੁਸਤਕ ਦੇ ਕਰਤਾ ਦੀ ਉਮਰ 35 ਜਾਂ 36 ਸਾਲ ਦੀ ਸੀ, ਜ਼ਿਆਦਾ ਗ੍ਰੰਥ ਬਣਿਆ ਸੀ, ਤਾਂ ਕਰਕੇ ਉਹ ਕਹਿੰਦੇ ਆ ਕਿ ਕਿਹੜਾ ਪਾਏ ਕੇ ਬਾਤ ਛਪਾਉਣ ਵਾਲਾ, ਖੜਾ ਉਸ ਦਰਬਾਰ ਦਰਵਾਨ ਹੋਵੇ। ਦਇਆ ਸਿੰਘ ਵੈਰਾਗ ਦੇ ਵਿੱਚ ਜਲਿਆ, ਮੇਰੇ ਵਾਂਗਰਾਂ ਉਮਰ ਜਵਾਨ ਹੋਵੇ। ਸਾਧੂ ਦਇਆ ਸਿੰਘ ਜੀ ਕਹਿੰਦੇ ਵੀ ਮੇਰੇ ਵਾਂਗੂ ਉਮਰ ਵੀ 35-36 ਸਾਲਾਂ ਦੀ ਹੋਵੇ, ਤਾਂ ਵੀ ਵੈਰਾਗ ਵਿੱਚ ਜਲਿਆ ਹੋਵੇ। ਇਹੋ ਜਿਹਾ ਕੋਈ ਵਿਰਲਾ ਹੀ ਲੱਭਦਾ। 37 ਸਾਲਾਂ ਦੀ ਉਮਰ ਹੋ ਜਾਂਦੀ ਆ, ਪਰ ਤਾਂ ਵੀ ਇਹਨੂੰ ਸਮਝ ਨਹੀਂ ਆਉਂਦੀ। 37 ਸਾਲ ਹੋਏ ਸਮਝੀ ਬਾਤ ਹੀਓ, 37 ਸਾਲ ਹੋਏ ਸਮਝੀ ਬਾਤ ਨਹੀਂਓ। ਝਗੜਾ ਦੀਨ ਤੇ ਮਜ਼ਹਬ ਦਾ ਬਨ ਬੈਠੋ, ਸ਼ੂਦਰ ਵੈਸ਼ ਤੇ ਜਾਤ ਬੇਜਾਤ ਸਮਝੀ, ਇੱਕ ਬ੍ਰਹਮ ਨੂੰ ਦੂਸਰਾ ਮੰਨ ਬੈਠੋ। ਆਤਮ ਵਸਤ ਨਾ ਭਿੱਟਿਆ ਜਾਣ ਵਾਲੀ, ਲਾ ਕੇ ਆਪਣੇ ਆਪ ਨੂੰ ਡੰਨ ਬੈਠੋ। ਇੱਕੋ ਬ੍ਰਹਮ ਹੈ ਵੇਦ ਵੇਦਾਂਤ ਕਹਿੰਦੇ, ਸੁਣਨੇ ਵਾਲਿਆਂ ਮੂੰਦ ਕੇ ਕੰਨ ਬੈਠੋ। ਪਰਮਾਤਮਾ ਇੱਕ ਹੀ ਆ, ਧਾਰਮਿਕ ਗ੍ਰੰਥ ਸੁਣਨ ਵਾਲੇ ਪਾਸਿਓਂ ਕੰਨ ਬੰਦ ਕਰੀ ਬੈਠਾ। ਹੋਈ ਵਿੱਚ ਸਰੀਰ ਦੇ ਮਰਜ਼ ਕੋਈ, ਐਵੇਂ ਸਮਝ ਕੇ ਜਿੰਨ ਦਾ ਜਨ ਬੈਠੋ। ਸਰੀਰ ਨੂੰ ਵੈਸੇ ਕੋਈ ਰੋਗ ਲੱਗਿਆ ਹੋਣਾ ਵਾ, ਐਵੇਂ ਤੂੰ ਜਿੰਨ ਭੂਤ ਪ੍ਰੇਤ ਆਦਿਕ ਇਹਨਾਂ ਚੱਕਰਾਂ ਵਿੱਚ ਪੈ ਗਿਆ ਵਾ। ਸਰੀਰ ਦਾ ਕੋਈ ਇਲਾਜ ਕਰਵਾ, ਕੋਈ ਮਾਨਸਿਕ ਤੈਨੂੰ ਰੋਗ ਹੋ ਸਕਦਾ ਵਾ। ਤੇਰੇ ਵਿੱਚ ਹੰਕਾਰ ਦੀ ਵਿਸ਼ ਪਾਪੀ, ਵਾਂਗਰ ਸੱਪ ਦੇ ਚੱਕ ਕੇ ਫਨ ਬੈਠੋ। ਤੈਂ ਤਾਂ ਛੋੜਨੀ ਸੀ ਮਜ਼ਹਬ ਖੱਪਵਾਦੀ, ਹਿੰਦੂ ਦੀਨ ਇਸਲਾਮ ਦੇ ਬੰਨ ਬੈਠੋ।
ਦਾਵਾ ਏਕਤਾ ਸਮਝ ਕੇ ਦਇਆ ਸਿੰਘਾ, ਭਾਂਡਾ ਦੂਈ ਦਵੈਤ ਦਾ ਭੰਨ ਬੈਠੋ। ਸ਼ੁਭ ਗੁਣ ਧਾਰਨ ਕਰ। 38ਵੇਂ ਸਾਲ ਦੀ ਉਮਰ ਹੋ ਜਾਂਦੀ ਆ। ਚੱਲੀ ਉਮਰ 38ਵੇਂ ਸਾਲ ਦੀ ਏ, ਉੱਠ ਗਾਫਲਾ ਬੰਦਿਆ ਸੌ ਨਾਹੀ। ਲਾ ਕੇ ਸੁਨ ਸਮਾਧੀਆਂ ਜਾਪ ਕਰ ਲੈ, ਮੁਰਦਾ ਜਾਣ ਕੇ ਵੇਸਲਾ ਹੋ ਨਾਹੀ। ਮੰਜ਼ਲ ਉਸ ਦੇ ਵਿੱਚ ਵੜ ਜਾ ਪਾਪੀ, ਜਿੱਥੇ ਕਾਮ ਕ੍ਰੋਧ ਤੇ ਮੋਹ ਨਾਹੀ। ਘਰ ਬੈਠ ਕੇ ਜਿੱਥੇ ਦੀਦਾਰ ਹੁੰਦਾ, ਤੁਰਨਾ ਪਏ ਇਨਸਾਨ ਨੂੰ ਕੋ ਨਾਹੀ। ਉੱਥੇ ਰੌਸ਼ਨੀ ਗੈਸ ਗਿਆਨ ਦੀਏ, ਸੂਰਜ ਚੰਦ ਵਾਲੀ ਕੋਈ ਲੋ ਨਾਹੀ। ਭਾਵੇਂ ਥੱਕ ਕੇ ਆਸ਼ਕਾ ਚੂਰ ਹੋਵੇਂ, ਚੌਥੀ ਮੰਜ਼ਲੋਂ ਉਰੇ ਖਲੋ ਨਾਹੀ। ਚੌਥੀ ਮੰਜ਼ਲ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ। ਜਿਹੜੀ ਗਿਆਨ ਦੀ ਅਵਸਥਾ ਹੈ, ਉਸ ਤੋਂ ਉਰਾਂ ਰੁਕ ਨਾ, ਸਫ਼ਰ ਕਰਦਾ ਜਾ। ਜਿਹੜੀ ਮਾਇਆ ਵਾ, ਇਹਨੂੰ ਵੀ ਚੌਥੀ ਮੰਜ਼ਲ ਕਿਹਾ ਜਾਂਦਾ। ਰਜੋਗੁਣ, ਤਮੋਗੁਣ, ਸਤੋਗੁਣ ਤੋਂ ਜਿਹੜੀ ਅਗਲੀ ਅਵਸਥਾ, ਮਾਇਆ ਦੀਆਂ 3 ਗੁਣਾਂ ਤੋਂ ਉੱਤੇ ਉੱਠ। ਮੰਜ਼ਲ ਉਸ ਦੇ ਵਿੱਚ ਆਰਾਮ ਤਲਬੀ, ਜਿੱਥੇ ਖੁਦੀ ਹੰਕਾਰ ਦੀ ਬੋ ਨਾਹੀ। ਮੰਜ਼ਲ ਉਸ ਦੇ ਵਿੱਚ ਆਰਾਮ ਤਲਬੀ, ਜਿੱਥੇ ਹਾੜ ਸਿਆਲ ਤੇ ਪੋ ਨਾਹੀ। ਮੰਜ਼ਲ ਉਸ ਦੇ ਵਿੱਚ ਆਰਾਮ ਤਲਬੀ, ਜਿੱਥੇ ਦੀਨ ਤੇ ਮਜ਼ਹਬ ਦੀ ਸ਼ੋ ਨਾਹੀ। ਮੰਜ਼ਲ ਉਸ ਦੇ ਵਿੱਚ ਆਰਾਮ ਤਲਬੀ, ਨਾਲ ਕਿਸੇ ਦਾ ਕਿਸੇ ਧਰੋ ਨਾਹੀ। ਇਹੋ ਜਿਹੀ ਮੰਜ਼ਲ 'ਚ ਪਹੁੰਚ। ਮੰਜ਼ਲ ਉਸ ਦੇ ਵਿੱਚ ਆਰਾਮ ਤਲਬੀ, ਜਿੱਥੇ ਐਬ ਸਵਾਬ ਲੁਕੋ ਨਾਹੀ। ਮੰਜ਼ਲ ਉਸ ਦੇ ਵਿੱਚ ਆਰਾਮ ਤਲਬੀ, ਜਿੱਥੇ ਦੁਖੇ ਦੁਖਾਵਦਾ ਕੋ ਨਾਹੀ। ਮੰਜ਼ਲ ਉਸ ਦੇ ਵਿੱਚ ਆਰਾਮ ਤਲਬੀ, ਜਿੱਥੇ ਇੱਕ ਵਸੰਦੜਾ ਦੋ ਨਾਹੀ। ਮੈਂ ਮਾਰ ਕੇ ਮਿਲੀ ਦਾ ਦਇਆ ਸਿੰਘਾ, ਜਿੱਥੇ ਅਹੰਗ ਵਸੇ ਉੱਥੇ ਉਹ ਨਾਹੀ। ਜਿੱਥੇ ਹਉਮੈ ਵਸੇ ਉੱਥੇ ਪ੍ਰਮਾਤਮਾ ਨਹੀਂ। 2 ਸਾਲਾਂ ਦਾ ਹਾਲ ਪੜ੍ਹ ਕੇ ਤੇ ਸਮਾਪਤੀ ਕਰਾਂਗੇ। 39ਵੇਂ ਸਾਲ 'ਚ ਕੀ ਹੁੰਦਾ। ਗਈ ਉਮਰ 39ਵੇਂ ਸਾਲ ਦੀਏ, ਉੱਠ ਸਿਮਰਿਆ ਰਾਮ ਦਾ ਨਾਂ ਨਾਹੀ। ਜੋੜ ਜੋੜ ਕੇ ਦੌਲਤਾਂ ਰੋੜ ਜਾਂਦਾ, ਦਿੰਦਾ ਮੰਗਿਆ ਸ਼ੂਮ ਗੁਨਾਹ ਨਾਹੀ। ਆਖਰ ਮਿਲਖ ਵਿਰਾਸਤਾਂ ਛੱਡ ਜਾਂਦਾ, ਹੱਥੀਂ ਦਾਨ ਜ਼ਮੀਨ ਕੁਮਾ ਨਾਹੀ। ਮਈਆਂ ਘੋੜੀਆਂ ਜੋੜੀਆਂ ਛੱਡ ਤੁਰਦਾ, ਕਰਨ ਦਾਨ ਨਾ ਖੱਤੜੀ ਨਖੱਤੜੀ ਗਾਂ ਨਾਹੀ। ਕਰਨ ਦਾਨ ਨਖੱਤੜੀ ਗਾਂ ਨਾਹੀ। ਛੱਡ ਜਾਵਦਾ ਬਾਗ ਬਗੀਚਿਆਂ ਨੂੰ, ਬੈਠ ਦੇਵਦਾ ਕਿਸੇ ਨੂੰ ਛਾਂ ਨਾਹੀ। ਮੰਦਰ ਮਹਿਲ ਹਵੇਲੀਆਂ ਛੱਡ ਜਾਂਦਾ, ਦਿੰਦਾ ਰਹਿਣ ਦੇ ਵਾਸਤੇ ਥਾਂ ਨਾਹੀ। ਦੌਲਤ ਮੰਦਾ ਦੌਲਤਾਂ ਛੱਡ ਤੁਰਿਓ, ਪਾਈ ਸ਼ਹਿਰ ਦੇ ਵਿੱਚ ਸਰਾਂ ਨਾਹੀ। ਵੇਲੇ ਸੁੱਖਾਂ ਦੇ ਸਰਬ ਦਾ ਯਾਰ ਬਣਦਾ, ਵੇਲੇ ਦੁੱਖ ਦੇ ਪਕੜਦਾ ਬਾਂਹ ਨਾਹੀ। ਕਰਦਾ ਮੰਗਤਾ ਜਦੋਂ ਸਵਾਲ ਕੋਈ, ਕਰਦਾ ਦੇਣ ਦੇ ਵਾਸਤੇ ਹਾਂ ਨਾਹੀ। ਦੇ ਕੇ ਦੁੱਖ ਸ਼ਰੀਣੀਆਂ ਆਪ ਖਾਂਦਾ, ਘਰੋਂ ਰੱਜ ਕੇ ਜਾਮਦਾ ਕਾਂ ਨਾਹੀ। ਲੁੱਟਦਾ ਰੋਜ਼ ਗਰੀਬ ਤੇ ਆਜ ਜਾਨੂੰ, ਲੇਖਾ ਦੇਵਣਾ ਜਿਵੇਂ ਅਗਾਂਹ ਨਾਹੀ। ਪੈਣਾ ਅੰਤ ਅੰਧੇਰੜੀ ਕਬਰ ਅੰਦਰ, ਕਦੀ ਉਤਰੇ ਪਲੰਗ ਤੋਂ ਠਾਂ ਨਾਹੀ। ਬੇਫਿਕਰ ਹੋ ਦਮਾਂ ਦੇ ਡੋਲ ਭਰਦਾ, ਜਾਣੀ ਟੁੱਟਣੀ ਉਮਰ ਦੀ ਲਾਂ ਨਾਹੀ। ਕਰ ਲੈ ਦਾਨ ਪਕਵਾਨ ਜੋ ਮਿਲੇ ਤੈਨੂੰ, ਬੈਠੀ ਅਗਾਂਹ ਪਕਾਮ ਦੀ ਮਾਂ ਨਾਹੀ। ਬੈਠਾ ਪੈਰ ਪਸਾਰ ਕੇ ਦਇਆ ਸਿੰਘਾ, ਜਾਣੀ ਸਮਝਦਾ ਜਗਤ ਫਨਾ ਨਾਹੀ। 40 ਸਾਲ ਦੀ ਉਮਰ ਹੋ ਜਾਂਦੀ ਆ। ਉਮਰ 40ਵੇਂ ਸਾਲ ਦੀ ਚਲੀ ਜਾਂਦੀ, ਚਲੀ ਸੁਬਾ ਕਲਕੱਤਿਓਂ ਰੈਲ ਜੈਸੇ। ਉਮਰ 40ਵੇਂ ਸਾਲ ਦੀ ਚਲੀ ਜਾਂਦੀ, ਚੱਲੀ ਸੁਬਾ ਕਲਕੱਤਿਓਂ ਰੇਲ ਜੈਸੇ। ਖਰਚੀ ਦਮਾਂ ਦੀ ਗਾਫਲਾ ਖਰਚ ਹੁੰਦੀ, ਮੁੱਕ ਜਾਮਦਾ ਦੀਪਕੋਂ ਤੇਲ ਜੈਸੇ। ਨਰਦਾਂ ਮੁੱਕਦੀਆਂ ਚਾਲ ਦਰ ਅੱਕ ਪਿੱਛੋਂ,
ਬਾਜੀ ਉਮਰ ਸ਼ਤਰੰਜ ਦੀ ਖੇਲ ਜੈਸੇ, ਪਿੱਛੋਂ ਦੌੜਦੀ ਆਮਦੀ ਬ੍ਰਿਧ ਅਵਸਥਾ, ਮੌਸਮ ਅਦਲ ਕੁਮਲਾਮ ਦੀ ਵੇਲ ਜੈਸੇ। ਐਵੇਂ ਪਿਛਲੀ ਉਮਰ ਹੈ ਬੀਤ ਚੱਲੀ, ਲੜਕਾ ਮਿਡਲ ਮਦਰਸਿਓਂ ਫੇਲ ਜੈਸੇ। ਘੰਟੇ ਪਲਕ ਤੇ ਮਿੰਟ ਸਕਿੰਟ ਜਾਂਦੇ, ਤੇਰੀ ਜ਼ਿੰਦਗੀ ਘੜੀ ਦਾ ਖੇਲ ਜੈਸੇ। ਦੋਵੇਂ ਪਰਤ ਕੇ ਆਣ ਸਵਾਸ ਮਿਲਦੇ, ਗੱਡੀ ਡਾਕ ਦਾ ਹੋਮ ਦਾ ਮੇਲ ਜੈਸੇ। ਤੈਨੂੰ ਛੱਡਿਆ ਪਕੜ ਤਕਦੀਰ ਬੰਦੇ, ਪਾਈ ਛੁਤਰ ਨੱਕ ਨਕੇਲ ਜੈਸੇ। ਨਹੀਂ ਕਦੇ ਗਲੇਲ 'ਚ ਹੱਥ ਆਏ, ਗੋਲੇ ਛੱਡ ਕੇ ਯਾਰ ਗੁਲੇਲ ਜੈਸੇ। ਮੰਦੇ ਕਰਮਾਂ ਦੇ ਤੁਧ ਨੂੰ ਰੋਗ ਲੱਗੇ, ਗਾਫਲ ਸੰਤਰੀ ਮਿਲੇ ਦਲੇਲ ਜੈਸੇ। ਤੈਨੂੰ ਮੰਦੇ ਕਰਮਾਂ ਦੇ ਜਿਹੜੇ ਰੋਗ ਉਹ ਲੱਗੇ ਹੋਏ ਹਨ। ਊਠ ਦੇ ਨੱਕਾਂ ਪਰ ਜੋ ਦਰਵਾਜ਼ੇ ਵਿੱਚ, ਊਠ ਦੇ ਨੱਕਾਂ 5 ਦਰਵਾਜ਼ੇ ਦੇ ਵਿੱਚ ਜਿਹੜੇ ਹਨ ਜ਼ਿਕਰ ਕਰਦੇ ਹਨ ਕਿ ਇਸ ਤਰੀਕੇ ਨਾਲ ਭਾਈ ਤੈਨੂੰ ਛੱਡਿਆ ਪਕੜ ਤਕਦੀਰ ਬੰਦੇ, ਪਾਈ ਛੁਤਰ ਨੱਕ ਨਕੇਲ ਜੈਸੇ। ਨਹੀਂ ਕਦੇ ਗਲੇਲ 'ਚ ਹੱਥ ਆਏ, ਗੋਲੇ ਛੱਡ ਕੇ ਯਾਰ ਗੁਲੇਲ ਜੈਸੇ। ਮੰਦੇ ਕਰਮਾਂ ਦੇ ਤੁਧ ਨੂੰ ਰੋਗ ਲੱਗੇ, ਗਾਫਲ ਸੰਤਰੀ ਮਿਲੇ ਦਲੇਲ ਜੈਸੇ। ਇਸ ਤਰੀਕੇ ਨਾਲ ਜਿਵੇਂ ਦਰਵਾਜ਼ੇ ਦੇ ਉੱਤੇ ਸੰਤਰੀ ਮਿਲਦੇ ਹਨ ਅਤੇ ਉਹ ਰੋਕ ਲੈਂਦੇ ਨੇ ਬੰਦੇ ਨੂੰ, ਇਸੇ ਤਰ੍ਹਾਂ ਮੰਦੇ ਕਰਮਾਂ ਨੇ ਤੈਨੂੰ ਰੋਕਿਆ ਹੋਇਆ। ਰੂਹ ਬੁੱਤ 'ਚੋਂ ਕੱਢਿਆ ਜਾਵਣਾਈ, ਕੈਦੀ ਜਾਮ ਦਾ ਕੱਟ ਕੇ ਜੇਲ੍ਹ ਜੈਸੇ। ਦੁਨੀਆ ਵਿੱਚ ਤੂੰ ਅਜਬ ਕਲੋਲ ਕਰਦਾ, ਕਰੇ ਕੋਇਲ ਵਿੱਚ ਬਾਗ ਦੇ ਕੋਲ ਜੈਸੇ। ਦਇਆ ਸਿੰਘ ਕਲਬੂਤ 'ਚੋਂ ਸਾਸ ਮੁੱਕਦੇ, ਅਤਰ ਦਾਨੀਆਂ ਅਤਰ ਫੁਲੇਲ ਜੈਸੇ। ਸਾਧੂ ਦਇਆ ਸਿੰਘ ਜੀ ਆਖਰੀ ਲਾਈਨ ਵਿੱਚ ਲਿਖਦੇ ਨੇ, ਕਹਿੰਦੇ ਦਇਆ ਸਿੰਘਾ ਤੇਰੇ ਕਲਬੂਤ ਵਿੱਚੋਂ, ਤੇਰੇ ਇਸ ਸਰੀਰ ਦੇ ਵਿੱਚੋਂ ਸਵਾਸ ਇਸ ਤਰ੍ਹਾਂ ਮੁੱਕ ਜਾਣਗੇ ਜਿਵੇਂ ਕਿਸੇ ਸੈਂਟ ਵਾਲੀ ਸ਼ੀਸ਼ੀ ਵਿੱਚੋਂ ਸੈਂਟ ਮੁੱਕ ਜਾਂਦਾ। ਅਤਰ ਦਾਨੀਆਂ ਅਤਰ ਫੁਲੇਲ ਜੈਸੇ, ਜਿਵੇਂ ਅਤਰ ਵਾਲੀ ਸ਼ੀਸ਼ੀ 'ਚੋਂ ਅਤਰ ਫੁਲੇਲ ਖਤਮ ਹੋ ਜਾਂਦੀ ਆ, ਇਸੇ ਤਰ੍ਹਾਂ ਤੇਰੀ ਜਿਹੜੀ ਉਮਰ ਆ ਉਹ ਸਾਰੀ ਖਤਮ ਹੋ ਜਾਏਗੀ। ਇਸ ਤਰ੍ਹਾਂ ਸਾਧੂ ਜੀ ਨੇ 40 ਸਾਲਾਂ ਦਾ ਇੱਥੇ ਤੱਕ ਹਾਲ ਲਿਖਿਆ ਹੈ। ਇਸ ਤੋਂ ਅੱਗੇ ਦੀ ਜਿਹੜੀ ਵਿਚਾਰ ਉਹ ਆਪਾਂ ਆਉਣ ਵਾਲੇ ਸਮੇਂ ਵਿੱਚ ਕਰਾਂਗੇ। ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।